ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੂਤਾ ਯੂਨੀਵਰਸਿਟੀ ਤੇ ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਸੈਂਟਾਨੈਲਾ 'ਚ, ਵਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 2092770113 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਜਿਹੜੇ ਤੁਸੀਂ ਔਡਰ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਔਡਰ ਕਰੋ www.chicagopizzatwist.com ਦੇ ਉੱਤੇ। ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 131313 ਉਹ ਯੂਜ਼ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਕਰਦੇ ਹਾਂ ਜੀ ਸ਼ੁਰੂ। ਦੇਸ਼ ਦੇ ਕਿਸਾਨ ਅੰਦੋਲਨ, ਕਿਸਾਨਾਂ ਦਾ ਜਿਹੜਾ ਅੰਦੋਲਨ ਆ ਦੂਜੇ ਦਿਨ ਦੇ ਵਿੱਚ ਦਾਖਲ ਹੋ ਗਿਆ। ਤਾਂ ਪਰ ਪਹਿਲੇ ਦਿਨ ਦੇ ਨਾਲੋਂ ਸਥਿਤੀਆਂ ਕੁਛ ਨਹੀਂ ਬਦਲੀਆਂ, ਉੱਦਾਂ ਹੀ ਸਾਰਾ ਕੁਛ ਚੱਲਿਆ। ਹਾਲਾਂਕਿ ਇੱਥੇ ਇਹ ਦੱਸਣਾ ਜਿਹੜਾ ਉਹ ਬੜਾ ਜ਼ਰੂਰੀ ਆ ਕਿ ਪੰਜਾਬ ਦੇ ਵਿੱਚ ਸਗੋਂ ਦੂਜੇ ਸਟੇਟਾਂ ਦੇ ਮੁਕਾਬਲੇ ਜ਼ਿਆਦਾ ਜ਼ੋਰ ਆ। ਦੱਸਦੇ ਆ ਕਿ ਪੰਜਾਬ ਤੇ ਮੱਧ ਪ੍ਰਦੇਸ਼ ਇਸ ਸਮੇਂ ਇਸ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਰਮੇ ਹੋਏ ਆ। ਯਾਨੀ ਜਿੱਥੇ ਜ਼ਿਆਦਾ ਅਸਰ ਆ 2 ਸਟੇਟਾਂ ਹੀ ਆ। ਦੱਸਦੇ ਆ ਕਿ ਇੱਕ ਪੰਜਾਬ ਆ, ਦੂਸਰਾ ਮੱਧ ਪ੍ਰਦੇਸ਼ ਆ। ਪੰਜਾਬ ਦੇ ਵਿੱਚ ਅੱਜ ਸਾਰਾ ਦਿਨ ਹਲਚਲ ਹੁੰਦੀ ਰਹੀ ਆ। ਇੱਕ ਤੇ ਬਠਿੰਡੇ ਦੇ ਵਿੱਚ ਇਹ ਹੋਇਆ ਕਿ ਕੁਛ ਗ੍ਰਿਫਤਾਰੀਆਂ ਹੋਈਆਂ ਨੇ ਕਿਸਾਨਾਂ ਦੀਆਂ। ਉੱਥੇ ਵੀ ਤੁਹਾਨੂੰ ਪਤਾ ਹੀ ਆ, ਵਪਾਰੀ ਤੇ ਜਿੱਦਾਂ ਸਾਹਮਣੇ ਆ ਜਾਂਦੇ ਆ ਕਿਸਾਨ। ਇੱਥੇ ਵੀ ਏਦਾਂ ਹੋਇਆ ਬਠਿੰਡੇ ਦੇ ਵਿੱਚ। ਸੋ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਥਾਣਾ ਸਦਰ ਬਠਿੰਡੇ ਦੇ ਵਿੱਚ ਇਹਨਾਂ ਨੇ ਉੱਥੇ ਜਾ ਕੇ ਧਰਨਾ ਲਾ ਦਿੱਤਾ। ਦੂਜੇ ਪਾਸੇ ਜਿਹੜਾ ਸਮਰਾਲੇ ਤੋਂ ਪਹਿਲਾ ਵੀਡੀਓ ਆਇਆ ਸੀਗਾ ਜਿੱਥੇ ਦੁੱਧ ਡੋਲਣ ਦਾ, ਉੱਥੇ ਵੀ ਦੱਸਦੇ ਆ ਕਿ ਅਰੈਸਟ ਕੀਤੇ ਗਏ 1-2 ਬੰਦੇ। ਖੈਰ ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਵੀ ਇਹ ਕੰਮ ਫੜੋ ਫੜਾਈ ਵਾਲਾ ਚੱਲ ਪਿਆ। 40-45 ਕਿਸਾਨਾਂ ਤੇ ਉੱਥੇ ਕੇਸ ਦਰਜ ਹੋ ਗਿਆ। ਕੁਛ ਗ੍ਰਿਫਤਾਰੀਆਂ ਵੀ ਹੋਈਆਂ ਨੇ। ਤਾਂ ਇਹ ਸਾਰੇ ਪਾਸੇ ਹੁਣ ਖਬਰਾਂ ਆਉਣ ਲੱਗ ਪਈਆਂ ਨੇ ਕਿ ਗ੍ਰਿਫਤਾਰੀਆਂ ਹੋ ਰਹੀਆਂ। ਇਹਦਾ ਮਤਲਬ ਇਹ ਆ ਕਿ ਹੌਲੀ ਹੌਲੀ ਆ ਜਿਹੜਾ ਇਹ ਸੰਘਰਸ਼ ਆ ਉਹ ਖੁਦ ਇੱਕ ਵਿਰੋਧਤਾ ਦਾ ਸ਼ਿਕਾਰ ਹੋਣ ਡਿਆ। ਮਤਲਬ ਕਿ ਜੋ ਵਪਾਰੀ ਤਬਕਾ ਜਾਂ ਦੋਧੀ ਵਗੈਰਾ ਨੇ ਉਹ ਹੁਣ ਵਿਰੋਧ ਦੇ ਵਿੱਚ ਉਤਰ ਆਏ ਆ ਔਰ ਪੁਲਿਸ ਦੀ ਸਹਾਇਤਾ ਲੈ ਰਹੇ ਆ ਤੇ ਪੁਲਿਸ ਜਿਹੜੀ ਆ ਉਹ ਉਹਨਾਂ ਦੀ ਹੈਲਪ ਕਰਦੀ ਪਈ ਆ। ਇਹ ਇਸ ਸੰਘਰਸ਼ ਦਾ ਇੱਕ ਨਵਾਂ ਪੱਖ ਆ। ਦੂਜੀ ਗੱਲ ਇਹ ਆ ਕਿ ਇਸ ਸਮੇਂ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਦੇ ਰੇਟ, ਉਹਨਾਂ ਦੇ ਭਾਅ ਜਿਹੜੇ ਉਹ ਲਗਾਤਾਰ ਵਧਣੇ ਸ਼ੁਰੂ ਹੋ ਗਏ ਆ। ਹੁਣ ਇਹ 8 ਦਿਨ ਹਾਲੇ ਹੋਰ ਚੱਲਣਾ ਹੈ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ। ਤੇ ਇਹ 8 ਦਿਨ ਕਿੱਦਾਂ ਅੰਦੋਲਨ ਚੱਲੂਗਾ, ਕਿੱਦਾਂ ਇਸ ਅੰਦੋਲਨ ਦੀ ਅੱਗੇ ਰੂਪ ਰੇਖਾ ਹੋਊਗੀ। ਜਿਵੇਂ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਲਾਮਬੰਦੀ ਔਰ ਯੋਜਨਾਬੰਦੀ, ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਜਿਹੜੇ ਆਗੂ ਸੀ ਕਿਤੇ ਨਾ ਕਿਤੇ ਝੋਲ ਖਾ ਗਏ ਆ। ਤਾਂ ਇੱਕ ਤੇ ਇਹ ਹੈ ਕਿ ਜਿਹੜਾ ਹੇਠਲੇ ਪੱਧਰ ਦਾ ਤਬਕਾ, ਕਿਸਾਨ ਤਬਕਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਨਹੀਂ ਹੈ। ਦੂਸਰਾ ਇਹ ਆ ਕਿ ਜਿੱਥੇ ਜ਼ੋਰ ਜ਼ਬਰਦਸਤੀ ਹੋ ਜਾਂਦੀ ਹੈ ਉੱਥੋਂ ਫਿਰ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ ਇਸੇ ਸੰਘਰਸ਼ ਦੀ। ਸੋ ਦਬਾਅ ਤੇ ਬਣਦਾ ਪਿਆ ਗੌਰਮੈਂਟ ਤੇ। ਪਰ ਦਿਲਚਸਪ ਗੱਲ ਇਹ ਆ ਕਿ ਇੱਥੇ ਦੀ ਜਿਹੜੀ ਸਾਡੀ ਪੰਜਾਬ ਸਰਕਾਰ ਆ, ਇਹ ਵੀ ਵੈਸੇ ਦਿਲਚਸਪ ਪੱਖ ਆ ਕਿ ਇਹਨੂੰ ਵੀ ਪਤਾ ਸੀ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਵੀ ਪਤਾ ਸੀਗਾ ਕਿ ਇਹਨਾਂ ਨੇ ਐਲਾਨਿਆ ਹੋਇਆ ਅੰਦੋਲਨ ਕਿਸਾਨਾਂ ਨੇ, ਕਿਉਂਕਿ ਅੱਜ ਦਾ ਨਹੀਂ ਸੀ ਐਲਾਨਿਆ, ਇਹਨਾਂ ਨੇ ਕਈ ਹਫ਼ਤੇ ਪਹਿਲਾਂ ਐਲਾਨਿਆ ਸੀਗਾ। ਤਾਂ ਸਾਡੀ ਇੱਥੋਂ ਦੀ ਜਿਹੜੀ ਲੋਕਲ ਗੌਰਮੈਂਟ ਹੈ, ਪੰਜਾਬ ਲੋਕਲ ਗੌਰਮੈਂਟ ਜਿਹੜੀ ਆ, ਨਾ ਉਹਨੇ ਕੋਈ ਪਹਿਲਾਂ ਡੱਡਾ ਭੋਰਿਆ ਤੇ ਨਾ ਹੁਣ ਇਸ ਚੱਲਦੇ ਅੰਦੋਲਨ ਨੂੰ ਸ਼ਾਂਤ ਕਰਵਾਉਣ ਲਈ ਉਹ ਕੋਈ ਭੂਮਿਕਾ ਬੰਨ੍ਹਦੀ ਪਈ ਆ। ਤਾਂ ਭੂਮਿਕਾ ਬੰਨਣ ਤੋਂ ਭਾਵ ਕੀ ਹੈ ਕਿ ਦੇਖੋ ਇਹਦਾ ਫਰਜ਼ ਤੇ ਘੱਟੋ ਘੱਟ ਬਣਦਾ ਹੈ, ਕਿਸਾਨੀ ਆਧਾਰਿਤ ਸੂਬਾ ਹੈ ਪੰਜਾਬ। ਤਾਂ ਇੱਥੋਂ ਦੀ ਗੌਰਮੈਂਟ ਦਾ ਇੰਨਾ ਫਰਜ਼ ਤੇ ਬਣਦਾ ਕਿ ਇਹ ਵਿਚੋਲਗੀ ਦੀ ਜਾਂ ਸਾਲਸੀ ਦੀ ਭੂਮਿਕਾ ਜਿਹੜੀ ਉਹ ਨਿਭਾ ਸਕਦੀ ਆ। ਕਿਆ ਭਾਈ ਕੇਂਦਰ ਕੋਈ ਇਹਨਾਂ ਕਿਸਾਨਾਂ ਦੀ ਗੱਲ ਸੁਣੀ ਨਹੀਂ ਤੇ ਸਾਡੀ ਹਾਲਤ ਹੈ ਜਿਹੜੀ ਲਗਾਤਾਰ ਖਰਾਬ ਹੋ ਰਹੀ ਹੈ। ਦੇਖੋ ਕਿੱਡਾ ਵੱਡਾ ਘਾਟਾ ਪੈਂਦਾ ਪਿਆ। ਇੱਥੇ ਇੱਕ ਮੁਕਤਸਰ ਦੇ ਲਾਗੇ ਕਿਸਾਨ
ਛੋਟਾ ਜਿਹਾ ਕਿਸਾਨ ਹੈ, ਮਤਲਬ ਕਿ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ, ਉਹਨੇ ਖੱਖੜੀਆਂ ਬੀਜੀਆਂ ਸੀ। ਉਹ ਟੈਂਪੂ ਭਰ ਕੇ ਖੱਖੜੀਆਂ ਵੇਚਣ ਜਾ ਰਿਹਾ ਸੀਗਾ, ਅੱਗੇ ਖੱਖੜੀਆਂ ਲੰਘਣ ਨਹੀਂ ਦਿੱਤੀਆਂ ਗਈਆਂ। ਉਹ ਮਾਯੂਸ ਹੋ ਕੇ ਆ ਗਿਆ, ਕਹਿੰਦਾ ਲੱਖ ਰੁਪਇਆ ਮੈਂ ਤੇ ਠੇਕਾ ਭਰਿਆ, ਹੁਣ ਮੇਰਾ ਜਿਹੜਾ 5,000 7,000 ਦਾ ਰੋਜ਼ਾਨਾ ਦਾ ਨੁਕਸਾਨ ਹੋਏਗਾ, ਮੈਂ ਤੇ ਪਛੜ ਜਾਊਂਗਾ, ਮੈਂ ਕਿੱਧਰ ਜਾਊਂਗਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਨਿਕਲ ਕੇ ਆਉਂਦੀਆਂ ਪਈਆਂ ਕਿ ਨੁਕਸਾਨ ਬਹੁਤ ਜ਼ਬਰਦਸਤ ਹੋ ਰਿਹਾ, ਤਾਂ ਇਹ ਨੁਕਸਾਨ ਹੁਣ ਦਿਨੋਂ ਦਿਨ ਵਧੂਗਾ। ਔਰ ਦੂਸਰਾ ਵੀ ਹੈ ਕਿ ਜੇ ਇੱਦਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਇਹ ਅੰਦੋਲਨ ਹੋਰ ਭੜਕੂਗਾ। ਤਾਂ ਇਹਦੇ ਵਿੱਚ ਇਹ ਜਿਹੜਾ ਟਕਰਾਅ ਵਾਲਾ ਰਸਤਾ ਉਹ ਖੁੱਲਦਾ ਜਾਂਦਾ ਕਿ ਪੁਲਿਸ ਜਿਹੜੀ ਆ ਫੜੋ ਫੜਾਈ ਸ਼ੁਰੂ ਕਰਦੀ ਪਈ ਹੈ। ਹਾਲਾਂਕਿ ਚਲੋ ਠੀਕ ਆ ਕਿ ਜੋ ਆਪ ਉਧਰੀਆਂ ਕਰਦੇ ਆ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਇਹ ਕਿਸਾਨ ਆਗੂਆਂ ਦਾ ਫਰਜ਼ ਬਣਦਾ ਕਿ ਜੋ ਲੋਕ ਆਪ ਉਧਰੀਆਂ ਕਰਦੇ ਉਹਨਾਂ ਨੂੰ ਰੋਕਣ। ਪਰ ਇਸ ਤਰ੍ਹਾਂ ਜੇ ਤਾਰੋ ਪੀਡੋ ਕੀਤਾ ਗਿਆ ਇਸ ਸੰਘਰਸ਼ ਨੂੰ, ਤਾਂ ਮੇਰੇ ਖਿਆਲ ਦੇ ਨਾਲ ਇਹ ਗਲਤ ਗੱਲ ਹੋਏਗੀ। ਔਰ ਕਿਉਂਕਿ ਦੇਖੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਉਹੀ ਮੰਗਾਂ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਸ਼ਾਮਲ ਕੀਤੀਆਂ ਹੋਈਆਂ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਖੁਦ ਚੋਣ ਮੈਨੀਫੈਸਟੋ 'ਚ ਆਹੀ ਮੰਗਾਂ ਨੁਕਤਿਆਂ ਦੇ ਤੌਰ ਤੇ ਸ਼ਾਮਲ ਕੀਤੀਆਂ ਸੀਗੀਆਂ, ਉਹਨਾਂ ਦਾ ਰਵੱਈਆ ਜਿਹੜਾ, ਉਹਨਾਂ ਦਾ ਵਤੀਰਾ ਜਿਹੜਾ ਇਸ ਅੰਦੋਲਨ ਪ੍ਰਤੀ, ਉਹ ਹਾਲ ਦੀ ਘੜੀ ਇਹੋ ਜਿਹਾ ਕਿ ਜਿਹੜਾ ਕੇਂਦਰੀ ਖੇਤੀ ਮੰਤਰੀ ਹੈ ਰਾਧਾ ਮੋਹਨ ਸਿੰਘ, ਉਹਦਾ ਅੱਜ ਇੱਕ ਬਿਆਨ ਆਇਆ। ਉਹ ਕਹਿੰਦਾ ਜੀ ਕਿ ਇਹ ਮੀਡੀਆ 'ਚ ਆਉਣ ਲਈ ਕੁਛ ਲੋਕ ਕੁਛ ਅਨੋਖਾ ਕਰਨ ਦਾ ਯਤਨ ਕਰਦੇ ਰਹਿੰਦੇ ਆ। ਤਾਂ ਇਹ ਵੀ ਇੱਕ ਜਿਹੜਾ ਐਪੀਸੋਡ ਚੱਲਦਾ ਪਿਆ ਇਹ ਮੀਡੀਆ 'ਚ ਆਉਣ ਕਰਕੇ ਆ। ਮਨੋਹਰ ਲਾਲ ਖੱਟਰ ਹੈ ਜਿਹਨੇ ਮੇਰੇ ਖਿਆਲ ਦੇ ਨਾਲ ਬੜੇ ਸਮਾਂ ਹੀ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਹੈ, ਨਹੀਂ ਤੇ ਉਹ ਉਹੋ ਜਿਹੀ ਗੱਲ ਕਰਦਾ। ਤਾਂ ਮਨੋਹਰ ਲਾਲ ਖੱਟਰ ਨੇ ਵੀ ਕਹਿਤਾ, ਕਹਿੰਦਾ ਜੀ ਕਿ ਬੇਵਜ੍ਹਾ ਕਿਸਾਨਾਂ ਦਾ ਅੰਦੋਲਨ ਕੋਈ ਗੱਲ ਤੇ ਹੈ ਨਹੀਂ ਗੀ। ਸੋ ਇਹਨਾਂ ਨੂੰ ਬੇਵਜ੍ਹਾ ਲੱਗਦਾ ਜਦ ਕਿ ਕਿਸਾਨ ਹੈ ਜਿਹੜਾ ਉਹ ਪੀਸਿਆ ਜਾ ਰਿਹਾ। ਤਾਂ ਹਾਲ ਦੀ ਘੜੀ ਇਹੋ ਲੱਗਦਾ ਕਿ ਇਹ ਅੰਦੋਲਨ ਲੰਬਾ ਖਿੱਚੂਗਾ, ਪਰ ਇਸ ਅੰਦੋਲਨ ਦੀ ਤਸਵੀਰ ਕਿੱਦਾਂ ਦੀ ਹੋਊਗੀ ਹਾਲੇ ਕੁਛ ਵੀ ਕਹਿਣਾ ਜਿਹੜਾ ਉਹ ਕਾਲੀ ਹੋਊਗੀ। ਪਰ ਫਿਰ ਵੀ ਬਹੁਤ ਵੱਡੇ ਪੱਧਰ ਤੇ ਸਮਰਥਨ ਮਿਲਦਾ ਪਿਆ। ਹਾਂ, ਬਹੁਤ ਵੱਡੇ ਪੱਧਰ ਤੇ ਇਸ ਵਿਰੋਧ ਦਾ ਵੀ ਵਿਰੋਧ ਹੋਣ ਡਿਆ, ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਹੇਠਲੇ ਪੱਧਰ ਤੇ। ਸੋ ਹੁਣ ਦੇਖਦੇ ਆ ਅੱਗੇ ਕੀ ਬਣਦਾ। ਪਰ ਕਿਸਾਨ ਹੈ ਜਿਹੜਾ ਉਹ ਹੁਣ ਜਿਸ ਤਰ੍ਹਾਂ ਦੀ ਲੜਾਈ ਲੜਦਾ ਪਿਆ, ਲੱਗਦਾ ਇਹੋ ਹੀ ਆ ਕਿ ਉਹ ਲੜਾਈ ਹੁਣ ਜਿਹੜੀ ਆ ਫੈਸਲਾ ਕੁਨ ਦੌਰ ਦੇ ਵਿੱਚ ਆ ਚੁੱਕੀ ਹੈ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੀ ਇਹ ਅੰਦੋਲਨ ਜਿੱਥੇ ਜਿੱਥੇ ਵੀ ਖੇਤੀ ਹੁੰਦੀ ਹੈ ਜਿਹੜੇ ਜਿਹੜੇ ਸੂਬਿਆਂ 'ਚ, ਤਾਂ ਉੱਥੇ ਉੱਥੇ ਇਹ ਅੰਦੋਲਨ ਹੈ ਜਿਹੜਾ ਪ੍ਰਭਾਵ ਛੱਡ ਰਿਹਾ। ਹਾਂ, ਇਹ ਗੱਲ ਵੱਖਰੀ ਆ ਕਿ ਕਿਤੇ ਜ਼ਿਆਦਾ ਕਿਤੇ ਥੋੜਾ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕੱਲ੍ਹ ਜਿੱਦਾਂ ਥੋੜ੍ਹੀਆਂ ਬਹੁਤੀਆਂ ਖਬਰਾਂ ਆ ਰਹੀਆਂ ਸੀਗੀਆਂ, ਪਰ ਇਹ ਗੱਲ ਦੀ ਹੁਣ ਪੁਸ਼ਟੀ ਹੋਈ ਹੈ ਵੀ ਜਿਹੜੀ ਮੇਘਾਲਿਆ ਦੇ ਵਿੱਚ ਸ਼ਿਲੌਂਗ ਦੇ ਵਿੱਚ ਉਹ ਸਿੱਖਾਂ ਦੇ ਉੱਤੇ ਹੀ ਹਮਲਾ ਹੋਇਆ ਸੀ ਅਤੇ ਸੁਖਬੀਰ ਜਿਹੜੇ ਗ੍ਰਹਿ ਮੰਤਰੀ ਕੋਲ ਪੁੱਜੇ ਆ। ਬਿਲਕੁਲ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ, ਤਾਂ ਉੱਥੇ ਇੱਦਾਂ ਹੋਇਆ ਇਹ ਤੇ ਪਤਾ ਲੱਗ ਗਿਆ, ਪਰ ਇਹ ਨਹੀਂ ਸੀ ਪਤਾ ਲੱਗਦਾ ਕਿ ਜਿਹੜੇ ਦੋ ਸਮੁਦਾਇ ਉੱਥੇ ਟਕਰਾਏ ਆ ਉਹ ਕਿਹੜੇ ਕਿਹੜੇ ਆ। ਤਾਂ ਅੱਜ ਸਾਫ਼ ਹੋ ਗਿਆ ਕਿ ਅਸਲ ਦੇ ਵਿੱਚ ਉਹ ਇੱਕ ਪਾਸੜ ਹਿੰਸਾ ਸੀ ਔਰ ਉਹ ਸਿੱਖਾਂ ਦੇ ਖਿਲਾਫ ਸੀ। ਤਾਂ ਇਹਦੇ ਵਿੱਚ ਹੁਣ ਜਿਹੜੀ ਖਬਰ ਨਿਕਲ ਕੇ ਆਈ ਆ ਉਹ ਇਹੋ ਹੀ ਨਿਕਲ ਕੇ ਆਈ ਆ ਕਿ ਕੁਛ ਦਿਨ ਪਹਿਲਾਂ ਉੱਥੇ ਸਿੱਖਾਂ ਦੀਆਂ ਕੁੜੀਆਂ ਜਿਹੜੀਆਂ ਉਹ ਕਿਤੇ ਪਾਣੀ ਵਾਣੀ ਭਰਦੀਆਂ ਪਈਆਂ ਸੀ, ਤਾਂ ਇੱਕ ਬੱਸ ਦੇ ਡਰਾਈਵਰ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ, ਉਹਨਾਂ ਕੁੜੀਆਂ ਨੇ ਉੱਥੇ ਉਹਨੂੰ ਲਿਪ ਕੱਟਿਆ। ਉਸ ਤੋਂ ਬਾਅਦ ਹੋਇਆ ਕੀ ਆ ਕਿ ਉਹਦੇ ਕੁਛ ਨਾਲ ਦੇ ਆ ਜਿਹੜੇ ਉਹ ਸੰਗਠਿਤ ਹੋ ਕੇ, ਕਿਉਂਕਿ ਇੱਕ ਅਫਵਾਹ ਫੈਲਾ ਦਿੱਤੀ ਗਈ ਕਿ ਜਿਹੜੇ ਬੰਦੇ ਨੂੰ ਕੁੱਟਿਆ ਗਿਆ ਸੀ, ਕਿਉਂਕਿ ਜੇ ਕੁੜੀਆਂ ਨੇ ਕੁੱਟਿਆ ਇਹਦਾ ਮਤਲਬ ਆ ਕਿ ਆਸੇ ਪਾਸੇ ਹੋ ਸਕਦਾ ਬੰਦਿਆਂ ਨੇ ਵੀ ਆ ਕੇ ਚੰਮ ਦਿੱਤਾ ਹੋਵੇ। ਤਾਂ ਉਸ ਬੰਦੇ ਬਾਰੇ ਇਹ ਅਫਵਾਹ ਉਡਾ ਦਿੱਤੀ ਗਈ ਕਿ ਉਹ ਮਰ ਗਿਆ। ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਕਬੀਲੇ ਵਾਲੇ ਸੀਗੇ, ਯਾਨੀ ਸ਼ਰੀਕੇ ਕਬੀਲੇ ਵਾਲੇ ਸੀਗੇ, ਉਹ ਸੰਗਠਿਤ ਹੋ ਗਏ। ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਉਹ ਫਿਰਕੂ ਰੰਗ ਲੈ ਗਿਆ। ਫਿਰਕੂ ਰੰਗ ਇਉਂ ਵੀ ਲੈ ਗਿਆ ਕਿਉਂਕਿ ਇੱਕ ਖਾਸ ਇਲਾਕਾ ਹੈ ਸ਼ਿਲੌਂਗ ਦੇ ਵਿੱਚ ਜਿੱਥੇ ਬਹੁਤਾਤ ਦੇ ਵਿੱਚ ਸਿੱਖ ਪਰਿਵਾਰ ਰਹਿੰਦੇ ਆ ਜਾਂ ਪੰਜਾਬੀ ਪਰਿਵਾਰ ਰਹਿੰਦੇ ਆ। ਉਸ ਇਲਾਕੇ ਦੇ ਵਿੱਚ ਫਿਰ ਜਦੋਂ ਇਹ ਹਮਲਾ ਹੋਇਆ, ਹਮਲਾ ਬਹੁਤ ਜ਼ਬਰਦਸਤ ਸੀਗਾ, ਹੱਲਾ ਬੜਾ ਤਗੜਾ ਸੀਗਾ। ਦੱਸਦੇ ਕਿ ਪ੍ਰਸ਼ਾਸਨ ਨੇ ਵੀ ਸੰਜੀਦਗੀ ਨਹੀਂ ਦਿਖਾਈ, ਜਿੱਦਾਂ ਦੀ ਗੁਰਸ਼ਾਗਰਦੀ ਅਸੀਂ ਕੱਲ ਆਪਾਂ ਪ੍ਰੋਗਰਾਮ ਦੇ ਵਿੱਚ ਵਿਚਾਰੀ ਸੀਗੀ ਕਿ ਇੱਕ ਮਸੀਤ ਦੇ ਵਿੱਚ ਮਸਜਿਦ ਦੇ ਵਿੱਚ ਇੱਕ ਨਮਾਜ਼ ਅਦਾ ਕਰਦੇ ਮੁਸਲਿਮ ਭਾਈਚਾਰੇ ਤੇ ਹਮਲਾ ਹੋ ਗਿਆ ਔਰ ਉਹ ਫੋਨ ਕਰਦੇ ਰਹੇ, ਪੁਲਿਸ ਨਹੀਂ ਬੋੜੀ। ਇੱਥੇ ਵੀ ਦੋਸ਼ ਇਹੋ ਹੀ ਲੱਗਦੇ ਆ ਕਿ ਪ੍ਰਸ਼ਾਸਨ ਨੇ ਜੇ ਸੰਜੀਦਗੀ ਦਿਖਾਈ ਹੁੰਦੀ ਤਾਂ ਮਸਲਾ ਇੱਥੋਂ ਤੱਕ ਨਹੀਂ ਸੀ ਵੱਧਦਾ ਕਿ ਇਹਨਾਂ ਦੇ ਘਰਾਂ ਤੱਕ, ਸਿੱਖਾਂ ਦੇ ਘਰਾਂ ਤੱਕ ਉਹ ਆ ਗਈ। ਤਾਂ ਇੱਥੇ ਹੁਣ ਪੱਥਰਬਾਜ਼ੀ ਹੋਈ ਲਗਾਤਾਰ, ਦੱਸਦੇ ਤੇ ਵੀ ਆ ਕਿ ਗੋਲੀਆਂ ਵੀ ਚੱਲੀਆਂ ਨੇ। ਹਾਂ, ਪੁਲਿਸ ਕਹਿੰਦੀ ਹੈ ਕਿ ਅਸੀਂ ਅਥਰੂ ਗੈਸ ਚਲਾਏ ਆ, ਫਲਾਂ ਕੀਤਾ, ਟਮਕਾ ਕੀਤਾ ਇਹਨਾਂ ਨੂੰ ਰੋਕਣ ਲਈ, ਪਰ ਬਾਵਜੂਦ ਇਸ ਦੇ ਹਿੰਸਾ ਉੱਥੇ ਬਹੁਤ ਵੱਡੇ ਪੱਧਰ ਤੇ ਹੋਈ ਆ। ਹੁਣ ਜਿਹੜੀ ਤਾਜ਼ਾ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਹੋਈ ਆ
कि सिखां ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਔਰ ਉਹਨਾਂ ਦੇ ਬੱਚੇ ਆ ਜਿਹੜੇ ਉਹ ਇੱਕ ਖਾਸ ਗੁਰਦੁਆਰੇ ਦੇ ਵਿੱਚ ਚਲੇ ਗਏ ਆ, ਉੱਥੇ ਉਹਨਾਂ ਨੇ ਸ਼ਰਨ ਲਈ ਹੋਈ ਆ, ਸਾਰੇ ਇਕੱਠੇ ਆ। ਔਰ ਜਿਹੜੇ ਮਰਦ ਨੇ ਉਹ ਘਰਾਂ ਦੀ ਰਾਖੀ ਕਰਦੇ ਪਏ, ਕਿਉਂਕਿ ਹੁਣ ਮਸਲਾ ਇਹ ਬਣ ਗਿਆ ਕਿ ਉਹ ਲੋਕ ਜਿਹੜੇ ਉੱਥੇ ਦੇ ਰਹਿਣ ਵਾਲੇ, ਹਾਲਾਂਕਿ ਇਹ ਵੀ ਉੱਥੋਂ 3-4 ਪੀੜ੍ਹੀਆਂ ਤੋਂ ਉੱਥੇ ਰਹਿ ਰਹੇ ਆ, ਤਾਂ ਜਿਹੜੇ ਦੂਸਰੇ ਆ ਉਹ ਇਸ ਗੱਲ ਤੇ ਹੁਣ ਆਮਾਦਾ ਹੋ ਗਏ ਕਿ ਇਹਨਾਂ ਨੂੰ ਇੱਥੋਂ ਕੱਢ ਕੇ ਛੱਡਣਾ। ਤਾਂ ਉਹ ਘਰਾਂ ਦੀ ਰਾਖੀ ਬੈਠੇ ਆ, ਉਹਨਾਂ ਨੇ ਪੁਕਾਰ ਕੀਤੀ ਆ, ਉਹ ਕਹਿੰਦੇ ਕਿ ਸਾਡੀ ਹੈਲਪ ਕਰੋ। ਤਾਂ ਇਹਨਾਂ ਦੀ ਗੱਲ ਸੁਣ ਕੇ ਹੁਣ ਦਿੱਲੀ ਕਮੇਟੀ ਵਾਲੇ ਜਿਹੜੇ ਉਹ ਚੱਲੇ ਆ, ਸੁਖਬੀਰ ਸਿੰਘ ਬਾਦਲ, ਚਲੋ ਦੇਖੋ ਅਸੀਂ ਉਹਨਾਂ ਦੀ ਰਾਜਨੀਤੀ ਦੇ ਆਲੋਚਕ ਹੋ ਸਕਦੇ ਹਾਂ, ਪਰ ਜਦੋਂ ਇਹੋ ਜਿਹਾ ਮੌਕਾ ਹੋਵੇ ਉਦੋਂ ਸਾਰਿਆਂ ਨੂੰ ਨਾਲ ਰਲ ਕੇ ਚੱਲਣਾ ਚਾਹੀਦਾ। ਤਾਂ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਉਹ ਗ੍ਰਹਿ ਮੰਤਰੀ ਕੋਲ ਗਿਆ, ਤੇ ਨਾਲ ਦੀ ਨਾਲ ਮਨਜੀਤ ਸਿੰਘ ਜੀਕੇ ਹੋਰੀ, ਮਨਜਿੰਦਰ ਸਿੰਘ ਸਿਰਸਾ ਹੋਰੀ ਉਹ ਜਹਾਜ਼ੇ ਚੜ੍ਹ ਗਏ ਆ। ਲੱਗਦਾ ਕਿ 9 ਵਜੇ ਉੱਥੇ ਉਹ ਪਹੁੰਚ ਜਾਣਗੇ। ਹੁਣ ਤੋਂ ਕੋਈ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਘੰਟਾ ਬਾਅਦ 'ਚ ਜਾਂ ਘੰਟਾ ਪਹਿਲਾਂ ਪਹੁੰਚਦੇ ਹੋਣੇ ਜਾਂ ਬਾਅਦ 'ਚ ਪਹੁੰਚ ਜਾਣਗੇ। ਤਾਂ ਉਹਦੇ ਵਿੱਚ ਹੁਣ ਇੱਕ ਉਮੀਦ ਵੱਝਦੀ ਹੈ ਕਿ ਹੋ ਸਕਦਾ ਕਿ ਕੱਲ੍ਹ ਦਾ ਜਿਹੜਾ ਸੂਰਜ ਚੜ੍ਹੂਗਾ ਉੱਥੋਂ ਦੇ ਸਿੱਖ ਪਰਿਵਾਰਾਂ ਲਈ ਉਹ ਕੋਈ ਨਾ ਕੋਈ ਰਾਹਤ ਲੈ ਕੇ ਆਊਗਾ। ਪਰ ਆਫਤ ਹਾਲ ਦੀ ਘੜੀ ਉਹਨਾਂ ਤੇ ਬੜੀ ਜ਼ਬਰਦਸਤ ਟੁੱਟੀ ਹੈ, ਕਿਉਂਕਿ ਉਹ ਦੂਰ ਬੈਠੇ ਆ, ਉਸ ਇਲਾਕੇ 'ਚ ਬੈਠੇ ਆ ਜਿੱਥੇ ਵੈਸੇ ਤਾਂ ਮੁਲਕ ਦੇ ਵਿੱਚ ਘੱਟ ਗਿਣਤੀ 'ਚ ਆ, ਪਰ ਉੱਥੇ ਬੈਠੇ ਉੱਥੇ ਬਹੁਤ ਜ਼ਿਆਦਾ ਘੱਟ ਗਿਣਤੀ 'ਚ ਆ। ਤੇ 4 ਚੁਫੇਰਿਓਂ ਇਸ ਤਰ੍ਹਾਂ ਦਾ ਹੱਲਾ ਹੋ ਜਾਣਾ, ਉਹ ਤੇ ਕਹਿੰਦੇ ਕਿ ਫੌਜ ਭੇਜੋ, ਨਹੀਂ ਤੇ ਸਾਨੂੰ ਇਹਨਾਂ ਨੇ ਛੱਡਣਾ ਕੋਈ ਨਹੀਂ। ਇੱਥੋਂ ਤੱਕ ਪੀੜਤ ਕਹਿੰਦੇ ਪਿਆ, ਮੈਂ ਇੱਕ ਪੀੜਤ ਦੀ ਇੱਕ ਚੈਨਲ ਤੇ ਇੰਟਰਵਿਊ ਸੁਣਦਾ ਪਿਆ ਸਾਂ, ਉਹ ਕਹਿੰਦਾ ਜੀ ਸਾਨੂੰ ਇੱਥੋਂ ਕੱਢ ਕੇ ਲੈ ਜਾਓ, ਅਸੀਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ, ਜੋ ਇੱਥੇ ਹਾਲ ਬਣਿਆ ਪਿਆ, ਜੋ ਆਲਮ ਹੈ ਇੱਥੇ, ਸਾਨੂੰ ਪੰਜਾਬ ਲੈ ਜਾਓ, ਸਾਨੂੰ ਕਿਤੇ ਵੀ ਲੈ ਜਾਓ, ਸਾਡੇ ਸਿੱਖਾਂ 'ਚ ਲੈ ਜਾਓ। ਇਹਦਾ ਮਤਲਬ ਇਹ ਆ ਕਿ ਸਥਿਤੀਆਂ ਉੱਥੇ ਕਾਫੀ ਜ਼ਿਆਦਾ ਨਾਜ਼ੁਕ ਆ। ਪਰ ਬਹਰਹਾਲ ਹੁਣ ਇੱਕ ਅਪਡੇਟ ਇਹ ਵੀ ਆ ਕਿ ਦੱਸਦੇ ਆ ਕਿ ਫੌਜ ਡਿਪਲੋਇਡ ਕੀਤੀ ਗਈ ਆ। ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ, ਪਰ ਇੱਕ ਪੱਤਰਕਾਰ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਕਿ ਫੌਜ ਉੱਥੇ ਭੇਜ ਦਿੱਤੀ ਗਈ। ਜੇ ਫੌਜ ਭੇਜ ਦਿੱਤੀ ਗਈ ਹੈ, ਜਿੱਦਾਂ ਇੱਥੋਂ ਇੱਕ ਵਫਦ ਵੀ ਚਲੇ ਗਿਆ ਦਿੱਲੀ ਕਮੇਟੀ ਵਾਲਿਆਂ ਦਾ, ਰਾਜਨਾਥ ਸਿੰਘ ਤੱਕ ਵੀ ਪਹੁੰਚ ਹੋ ਗਈ, ਤਾਂ ਲੱਗਦਾ ਇਹੋ ਹੀ ਆ ਕਿ ਸਵੇਰ ਤੱਕ ਸਥਿਤੀ ਹੈ ਜਿਹੜੀ ਉਹ ਅੰਡਰ ਕੰਟਰੋਲ ਹੋ ਜਾਊਗੀ। ਪਰ ਇਹ ਸਥਿਤੀ ਵਿਗੜੀ ਕਿਉਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਸੋ ਘੱਟ ਗਿਣਤੀਆਂ ਤੇ ਜਿਸ ਤਰੀਕੇ ਨਾਲ ਆਪਾਂ ਮਸਜਿਦ ਵਾਲੇ ਮਾਮਲੇ ਦੀ ਗੱਲ ਕੀਤੀ, ਨਮਾਜ਼ ਤੇ ਹਮਲੇ ਹੋਏ, ਈਸਾਈਆਂ ਤੇ ਹਮਲੇ ਹੋਏ ਆ, ਸਿੱਖਾਂ ਤੇ ਹਮਲੇ ਹੋ ਰਹੇ ਆ ਜਿਹੜੇ, ਇਹ ਬਹੁਤ ਮਾੜੀ ਗੱਲ ਆ। ਦੇਖੋ ਇਸ ਸੰਵਿਧਾਨ ਨੇ 47 ਦੇ ਵਿੱਚ ਘੱਟ ਗਿਣਤੀਆਂ ਦਾ ਜਾਮਨ ਬਣ ਕੇ ਇਸ ਗੱਲ ਦੀ ਸ਼ਾਦੀ ਭਰੀ ਸੀਗੀ ਕਿ ਤੁਹਾਨੂੰ ਬਰਾਬਰਤਾ ਦਿੱਤੀ ਜਾਊਗੀ, ਚਾਹੇ ਰਾਜਸੀ ਸ਼ਕਤੀ ਦੇ ਮਾਮਲੇ 'ਚ ਹੋਵੇ, ਚਾਹੇ ਅਧਿਕਾਰਾਂ ਦੇ ਮਾਮਲੇ 'ਚ ਹੋਵੇ। ਤਾਂ ਹੁਣ ਦੇਖੋ ਉਸੇ ਸੰਵਿਧਾਨ ਦੀ ਜਾਮਣੀ ਜਿਨ੍ਹਾਂ ਨੇ ਪਗਾਉਣੀ ਆ, ਤਾਂ ਉਹ ਸੰਵਿਧਾਨਾਂ ਦੀਆਂ ਸੌਹਾਂ ਚੁੱਕ ਕੇ ਆ ਕਿਹੜੇ ਪਾਸੇ ਤੁਰੇ ਫਿਰਦੇ ਆ। ਇੱਕ ਫਿਰਕੂ ਏਜੰਡਾ ਜਿਹੜਾ ਸਿਰਫ ਤੇ ਸਿਰਫ ਉਹਨੂੰ ਤਰਜੀਹ ਦੇਣੀ ਔਰ ਦੂਸਰਿਆਂ ਦੇ ਨਾਲ ਵਿਤਕਰਾ ਕਰਨਾ, ਇਹ ਮੇਰੇ ਖਿਆਲ ਦੇ ਨਾਲ ਅਸੂਲ ਪ੍ਰਸਤੀ ਨਾਲ ਵੀ ਧਰੋਹ ਆ, ਇਸ ਦੇਸ਼ ਦੇ ਸੰਵਿਧਾਨ ਦੇ ਨਾਲ ਵੀ ਧਰੋਹ ਆ। ਇਹਨਾਂ ਨੂੰ ਫਿਕਰ ਕਰਨਾ ਚਾਹੀਦਾ ਘੱਟ ਗਿਣਤੀਆਂ ਦਾ, ਕਿਉਂਕਿ ਘੱਟ ਗਿਣਤੀਆਂ ਇਸ ਬਗੀਚੇ ਦੇ ਵਿੱਚ ਰੰਗ ਬਿਰੰਗੀਆਂ ਬੂਟੀਆਂ ਨੇ। ਕਿਸੇ ਦਾ ਧਰਮ, ਕਿਸੇ ਦਾ ਰੀਤੀ ਰਿਵਾਜ, ਕਿਸੇ ਦਾ ਸੱਭਿਆਚਾਰ, ਉਹ ਵੱਖੋ ਵੱਖ ਇੱਕ ਰੰਗ ਆ। ਜੇ ਤੁਸੀਂ ਬਗੀਚੇ ਦੇ ਵਿੱਚ ਅੱਗ ਲਾ ਕੇ ਉਮੀਦ ਕਰੋਗੇ ਕਿ ਸਾਡੀ ਝੋਲੀ 'ਚ ਫੁੱਲ ਡਿੱਗਣਗੇ, ਇਹ ਗਲਤ ਆ, ਇਹ ਗਫਲਤ ਹੋਏਗੀ, ਇਹ ਗਲਤ ਫਹਿਮੀ ਹੈ। ਜਿੰਨੀ ਮਰਜ਼ੀ ਪਾਲੀ ਰੱਖੋ, ਕਿਉਂਕਿ ਜੇ ਬਗੀਚੇ ਨੂੰ ਅੱਗ ਲੱਗੀ ਤੇ ਅੰਗਿਆਰੇ ਤੁਹਾਡੀ ਝੋਲੀ 'ਚ ਡਿੱਗਣਗੇ। ਇਹਨਾਂ ਨੂੰ ਸਮਝਣਾ ਚਾਹੀਦਾ। ਔਰ ਜਿਹੜੇ ਇੱਥੋਂ ਦੇ ਆਵਾਮ ਦੇ ਪੱਲੇ ਗੱਲ ਨਹੀਂ ਪੈਂਦੀ, ਉਹਨੂੰ ਵੀ ਸਮਝਣੀ ਚਾਹੀਦੀ ਆ ਕਿ ਜਿਹੜਾ ਤੁਸੀਂ ਆਹ ਕੰਮ ਕਰਦੇ ਹੋ ਨਾ, ਇੱਕ ਫਿਰਕੇ ਵਿਸ਼ੇਸ਼ ਲਈ ਤੁਸੀਂ ਕਹਿੰਦੇ ਹੋ ਕਿ ਇਹਦਾ ਹੀ ਝੰਡਾ ਝੁੱਲ ਜਾਵੇ, ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਰਾਸ਼ਟਰਵਾਦੀ ਨਹੀਂ, ਤੁਸੀਂ ਰਾਸ਼ਟਰ ਵਿਰੋਧੀ ਹੋ। ਅਸਲ ਦੇ ਵਿੱਚ ਰਾਸ਼ਟਰ ਵਿਰੋਧੀ ਤੁਸੀਂ ਹੋ। ਤੇ ਜੇ ਤੁਸੀਂ ਇਸ ਮਾਮਲੇ 'ਚ ਨਹੀਂ ਬੋਲਦੇ ਕਿ ਇਹਨਾਂ ਰੰਗ ਬਿਰੰਗੇ ਬੂਟਿਆਂ ਨੂੰ ਮਿਧਿਆ ਜਾ ਰਿਹਾ, ਇਸ ਮਾਮਲੇ 'ਚ ਤੁਸੀਂ ਨਹੀਂ ਬੋਲਦੇ, ਤਾਂ ਤੁਹਾਡੀ ਚੁੱਪੀ ਹੈ ਜਿਹੜੀ, ਉਹ ਚੁੱਪੀ ਤੁਹਾਡੀ ਹੀ ਤਬਾਹੀ ਦੀ ਕਬਰ ਖੋਦਦੀ ਪਈ ਆ। ਜੀ ਜੀ ਬਿਲਕੁਲ। ਤੇ ਅਫਸੋਸ ਵਾਲੀ ਗੱਲ ਆ, ਇਹ ਉਹੀ ਦਿਨ ਨੇ ਜਦੋਂ ਜੂਨ 84 ਦੇ ਵਿੱਚ ਵੀ ਸਿੱਖਾਂ ਦੇ ਨਾਲ ਉਦੋਂ ਇਹ ਅਤਿਆਚਾਰ ਹੋਇਆ ਸੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਗੱਠਜੋੜ ਦੀਆਂ ਕਨਸੋਹਾਂ। ਦੇਖ ਲਓ, ਕੇਜਰੀਵਾਲ ਸਾਹਿਬ ਸ਼ਰਾ ਕਰ ਜਾਂਦੇ ਆ ਕਈ ਵਾਰ ਨਾ, ਸ਼ਰਾ ਕਰਕੇ ਨਾ ਗੱਲ ਸਾਫ਼ ਕਰ ਜਾਂਦੇ ਆ। ਥੋੜੇ ਦਿਨ ਪਹਿਲਾਂ ਕਹਿਣ ਡਏ ਸੀਗੇ ਜਿਹੜੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਭ੍ਰਿਸ਼ਟ ਪ੍ਰਧਾਨ ਮੰਤਰੀ ਕਹਿੰਦੇ ਹੁੰਦੇ ਸੀ, ਗੱਲ ਉਹਦੀ ਸਿਫਤ ਕਰੀ ਜਾਂਦੇ, ਕਹਿੰਦੇ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ 'ਚ ਪੜ੍ਹਿਆ ਲਿਖਿਆ ਹੀ ਹੈ ਨਾ। ਮੋਦੀ ਨੂੰ ਅਨਪੜ੍ਹ ਜਿਹਾ ਕਹੀ ਜਾਂਦਾ ਸੀਗਾ ਤੇ ਪੜ੍ਹਿਆ ਲਿਖਿਆ ਉਹ ਕਹਿ ਰਿਹਾ ਸੀਗਾ ਮਨਮੋਹਨ ਸਿੰਘ। ਤਾਂ ਸੰਕੇਤ ਥੋੜੇ ਜਿਹੇ ਮਿਲਦੇ ਪਏ ਸੀਗੇ ਕਿ ਲੱਗਦਾ ਹੈ ਕਿ ਇਹਨਾਂ ਦੀ ਆਉਣ ਵਾਲੇ ਦਿਨਾਂ 'ਚ ਖਰੀਂਗੜੀ ਪੈ ਜਾਣੀ ਆ, ਜੱਫੀ ਪੈ ਜਾਣੀ ਆ। ਹੁਣ ਹੋਇਆ ਕੀ ਆ ਕਿ ਅਚਾਨਕ ਜਿਹੜਾ ਇਹਨਾਂ ਦਾ ਮਾਕਨ ਆ, ਅਜੇ ਮਾਕਨ,
ਉਹਨੇ ਅੱਜ 2 ਟਵੀਟ ਕਰ ਦਿੱਤੇ। ਉਹ 2 ਟਵੀਟ ਸੀਗੇ ਜਿਹੜੇ ਉਹ ਬੜੇ ਜ਼ਬਰਦਸਤ ਸੀਗੇ। ਟਵੀਟ ਦੇ ਵਿੱਚ ਉਹਨੇ ਕਿਹਾ ਕਿ ਦੇਖੋ ਆਮ ਆਦਮੀ ਪਾਰਟੀ ਨੂੰ ਜਦੋਂ ਨਕਾਰਿਆ ਜਾ ਰਿਹਾ ਤਾਂ ਅਸੀਂ ਇਹਨਾਂ ਦਾ ਹੁਣ ਸਾਥ ਕਿਉਂ ਦਈਏ। ਦੂਜੀ ਗੱਲ ਇਹ ਉਹਨੇ ਕਹੀ ਕਿ ਇਹ ਜਿਹੜੀਆਂ ਇਹ ਤਨਜ਼ੀਮਾਂ ਸੀ ਖਾਸ ਸਮੇਂ ਉਸ ਦੌਰ ਦੇ ਵਿੱਚ ਜਦੋਂ ਅਸੀਂ ਸਰਕਾਰ ਦੇ ਵਿੱਚ ਸੀ ਤਾਂ ਇਹ RSS ਵੱਲੋਂ ਖੇਡੀਆਂ। ਖਾਸ ਤੌਰ ਤੇ ਉਹਨੇ ਫਿਰ ਅੰਨਾ ਅੰਦੋਲਨ ਦੀਆਂ ਫੋਟੋਆਂ ਵੀ ਪਾਈਆਂ ਕਿ ਇਹ RSS ਦੀ B ਟੀਮ ਸੀਗੀ ਤਾਂ ਅਸੀਂ ਇਹਦਾ ਸਮਰਥਨ ਕਿਉਂ ਕਰੀਏ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਇੱਕ ਦਲੀਪ ਪਾਂਡੇ ਆ ਜਿਹੜੇ ਇਹਨਾਂ ਦੇ ਆਗੂ ਆਮ ਆਦਮੀ ਪਾਰਟੀ ਵਾਲਿਆਂ ਦੀ, ਇਹਨੇ ਵੀ ਇੱਕ ਜਵਾਬੀ ਟਵੀਟ ਕਰ ਦਿੱਤਾ। ਜਵਾਬੀ ਟਵੀਟ ਕਰਕੇ ਇਹਨੇ ਕਹਿ ਦਿੱਤਾ, ਕਹਿੰਦਾ ਕਿ ਦੇਖੋ ਕਾਂਗਰਸ ਦੇ ਕੁਝ ਬੰਦੇ ਸਾਡੀ ਟੱਚ ਦੇ ਵਿੱਚ ਆ, ਉਹ ਸਾਡੀ ਟੱਚ ਦੇ ਵਿੱਚ ਸਾਡੇ ਨਾਲ ਲਗਾਤਾਰ ਗੱਲ ਕਰਦੇ ਪਏ ਤੇ ਕਾਂਗਰਸ ਨੇ ਹਰਿਆਣਾ, ਦਿੱਲੀ ਤੇ ਪੰਜਾਬ 'ਚ ਸਾਡਾ ਸਹਿਯੋਗ ਮੰਗਿਆ। ਔਰ ਇੱਥੋਂ ਫਿਰ ਇਹ ਗੱਲ ਪੱਕੀ ਹੋ ਗਈ ਕਿ ਜਿਹੜਾ ਅਜੇ ਮਾਕਨ ਦਾ ਟਵੀਟ ਆਇਆ, ਟਵੀਟ ਨਹੀਂ ਉਹਨੂੰ ਕਹਿ ਸਕਦੇ ਆ ਕਿ 2-3 ਲੜੀਵਾਰ ਟਵੀਟ ਆਏ ਆ ਜਿਹੜੇ, ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਆਏ ਆ ਕਿਉਂਕਿ ਅੰਦਰ ਖਾਤੇ ਚੱਲਦਾ ਪਿਆ ਸੀਗਾ ਕਿ ਹੁਣ ਆਪਾਂ ਦੋਵਾਂ ਨੇ ਰਲ ਕੇ ਚੱਲਣਾ ਤੇ ਅਜੇ ਮਾਕਨ ਕਿਤੇ ਨਾ ਕਿਤੇ ਇਸ ਗੱਲ ਤੋਂ ਖਫਾ ਸੀਗਾ। ਤਾਂ ਕਰਕੇ ਉਹਨੇ ਆਪਣੀ ਨਾਰਾਜ਼ਗੀ ਹੈ ਜਿਹੜੀ ਉਹ ਟਵੀਟਾਂ ਦੇ ਰਾਹੀਂ ਜ਼ਾਹਰ ਕਰ ਦਿੱਤੀ। ਤਾਂ ਦਲੀਪ ਪਾਂਡੇ ਨੇ ਮੋੜਵਾਂ ਜਵਾਬ ਦਿੱਤਾ ਕਿ ਦੇਖੋ ਜ਼ਰੂਰਤ ਤੁਹਾਨੂੰ ਆ, ਜ਼ਰੂਰਤ ਸਾਨੂੰ ਨਹੀਂ। ਪਰ ਇਹ ਜ਼ਰੂਰਤਾਂ ਦੀ ਖੇਡ ਤੇ ਦੋਵਾਂ ਪਾਸਿਆਂ ਤੋਂ ਹੀ ਖੇਡੀ ਜਾ ਰਹੀ ਹੈ ਨਾ। ਜ਼ਰੂਰਤ ਅੱਜ ਕਾਂਗਰਸ ਨੂੰ ਵੀ ਆ, ਦੂਜਿਆਂ ਨੂੰ ਵੀ ਜ਼ਰੂਰਤ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਅਸੀਂ ਸਮਝ ਸਕਦੇ ਹਾਂ ਦੂਰੋਂ ਖੜ ਕੇ, ਉਹ ਤੇ ਇਹੋ ਹੀ ਆ ਕਿ ਸ਼ਾਇਦ ਦਿੱਲੀ ਦੇ ਮੱਦੇ ਨਜ਼ਰ ਕਾਂਗਰਸ ਚਾਹੁੰਦੀ ਆ ਕਿ ਜਿਹੜੀ ਦਿੱਲੀ ਵਾਲੀ ਵੋਟ ਆ, ਖਾਸ ਤੌਰ ਤੇ ਇੱਕ ਵੋਟ ਬੈਂਕ ਆ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਤੇ ਹੈ ਹੀ ਹੈ, ਕਿ ਇਸ ਨੂੰ ਕੈਸ਼ ਕਰਨਾ ਹੈ ਤਾਂ ਅਰਵਿੰਦ ਕੇਜਰੀਵਾਲ ਦਾ ਸਾਥ ਜਿਹੜਾ ਉਹ ਲੈ ਲਿਆ ਜਾਵੇ। ਤਾਂ ਅਰਵਿੰਦ ਕੇਜਰੀਵਾਲ ਵੀ ਤਿਆਰ ਬਰ ਤਿਆਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਸ ਤਰੀਕੇ ਨਾਲ ਪਹਿਲਾਂ ਕਰਨਾਟਕ ਦੇ ਵਿੱਚ ਮੰਚ ਸਾਂਝਾ ਕੀਤਾ ਗਿਆ, ਉਸ ਤੋਂ ਬਾਅਦ ਮਨਮੋਹਨ ਸਿੰਘ ਦੀ ਸਿਫਤ ਸਲੌਤ ਕੀਤੀ ਗਈ, ਤਾਂ ਉੱਤੋਂ ਜਾਪਦਾ ਕਿ ਇਹਨਾਂ ਨੇ ਏਦਾਂ ਮਿਲ ਜਾਣਾ ਜਿੱਦਾਂ ਟਿਕ ਬਟਨਾਂ ਦੀ ਜੋੜੀ ਮਿਲਦੀ ਆ। ਬਾਕੀ ਸਭ ਕੁਛ ਠੀਕ ਠਾਕ ਆ। ਸੋ ਦੂਜੀ ਚੀਜ਼ ਇੱਕ ਹੋਰ ਵੀ ਬੜੀ ਦਿਲਚਸਪ ਹੈ ਜਿਹੜੀ ਮੈਂ ਕਹਿੰਦਾ ਪਿਆ ਸਾਂ, ਉਹ ਇਹ ਆ ਕਿ ਇਹਨਾਂ ਨੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਦਿੱਲੀ ਦੀਆਂ, ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਨੇ ਆਪਣੇ ਮੁਖੀਏ ਲਾਤੇ ਆ ਆਮ ਆਦਮੀ ਪਾਰਟੀ ਦੀ, ਸਾਰੇ ਮੁਖੀਏ ਲਾਤੇ ਜਿਨ੍ਹਾਂ ਨੂੰ ਆਪਾਂ ਇੰਚਾਰਜ ਕਹਿ ਦਿੰਦੇ ਆ। ਪਰ 2 ਸੀਟਾਂ ਛੱਡ ਦਿੱਤੀਆਂ। 2 ਸੀਟਾਂ ਕਿਹੜੀਆਂ? ਇੱਕ ਪੱਛਮੀ ਦਿੱਲੀ ਦੀ ਔਰ ਇੱਕ ਨਵੀਂ ਦਿੱਲੀ ਦੀ। ਤਾਂ ਸੁਣਨ ਦੇ ਵਿੱਚ ਇਹ ਆ ਰਿਹਾ ਕਿ 2 ਇਸ ਕਰਕੇ ਛੱਡੀਆਂ ਗਈਆਂ ਕਿਉਂਕਿ ਇੱਥੇ ਕਾਂਗਰਸ ਨੂੰ 2 ਸੀਟਾਂ ਦਿੱਤੀਆਂ ਜਾ ਸਕਦੀਆਂ। ਤਾਂ ਹੁਣ ਇਹ ਜਿਹੜੀ ਗੁੰਜਾਇਸ਼ ਆ ਉਹ ਬਣਦੀ ਪਈ ਆ। ਇੱਧਰ ਪੰਜਾਬ ਦੇ ਵਿੱਚ ਵੀ ਹਲਚਲ ਜਿਹੜੀ ਆ ਉਹ ਤੇਜ਼ ਹੋ ਗਈ ਹੈ। ਦੱਸਦੇ ਆ ਕਿ ਫੂਲਕਾ ਸਾਹਿਬ ਤਿਆਰ ਬੈਠੇ ਹੋ, ਕਹਿੰਦੇ ਕਿ ਤੁਸੀਂ ਗੱਠਜੋੜ ਕਰੋ, ਮੈਂ ਤੁਹਾਡਾ ਗੱਠਜੋੜ ਛੱਡ ਕੇ ਤੇ ਬਾਹਰ ਹੋ ਜਾਣਾ, ਮੈਂ ਅਸਤੀਫਾ ਦੇ ਦੂੰ ਜੇ ਕਾਂਗਰਸ ਦੇ ਨਾਲ ਅਲਾਇੰਸ ਹੋਇਆ। ਪਰ ਸੁਖਪਾਲ ਖਹਿਰਾ ਦੇ ਅੱਜ ਤੇਵਰ ਥੋੜੇ ਜਿਹੇ ਬਦਲੇ ਸੀਗੇ। ਸੁਖਪਾਲ ਖਹਿਰਾ ਨੇ ਥੋੜੇ ਦਿਨ ਪਹਿਲਾਂ ਤੇ ਪ੍ਰੋੜਤਾ ਕੀਤੀ ਸੀ ਇਸ ਗੱਲ ਦੀ ਕਿ ਜੇ ਅਲਾਇੰਸ ਹੋ ਜਾਂਦਾ ਤੇ ਚੰਗਾ, ਪਰ ਅੱਜ ਉਹਨੇ ਕਿਹਾ ਕਿ ਅਸੀਂ ਆਪਣੇ MLS ਦੇ ਨਾਲ ਰਾਏ ਮਸ਼ਵਰਾ ਕਰਾਂਗੇ, ਫਿਰ ਉਸ ਰਾਏ ਮਸ਼ਵਰੀ ਦੇ ਵਿੱਚੋਂ ਜੋ ਸਿੱਟਾ ਨਿਕਲੂਗਾ ਅਸੀਂ ਆਪਣਾ ਓਪੀਨੀਅਨ ਹੈ ਜਿਹੜਾ ਉਹ ਹਾਈ ਕਮਾਂਡ ਤੱਕ ਪਹੁੰਚਾ ਦੇਵਾਂਗੇ। ਤਾਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਇਸ਼ਾਰਾ ਕਰ ਦਿੱਤਾ ਕਿ ਕੁਛ ਨਾ ਕੁਛ ਅੰਦਰ ਖਾਤੇ ਚੱਲਦਾ। ਉਹ ਕਹਿੰਦਾ ਜੀ ਕਿ ਦੇਖੋ ਇਹ ਫੈਸਲਾ ਕਰਨਾ ਦਿੱਲੀ ਨੇ, ਅਸੀਂ ਸਿਰਫ ਆਪਣਾ ਵਿਚਾਰ ਦੇਣਾ ਉਹ ਅਸੀਂ ਦੇ ਦਿਆਂਗੇ। ਮਤਲਬ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਮਨਮੋਹਨ ਸਿੰਘ ਦੇ ਹੱਕ ਦੇ ਵਿੱਚ ਬਿਆਨ ਦੇਣਾ, ਉਸ ਤੋਂ ਬਾਅਦ ਫਿਰ ਦਲੀਪ ਪਾਂਡੇ ਦਾ ਟਵੀਟ ਕਰਨਾ, ਤਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਮੁਲਾਇਮ ਜਿਹਾ ਬਿਲਕੁਲ ਪੋਲਾ ਜਿਹਾ ਬਿਆਨ ਦੇ ਦੇਣਾ ਕਿ ਜੀ ਹਾਈ ਕਮਾਂਡ ਦੇ ਹੱਥ ਆ, ਸੋ ਉਹਨਾਂ ਨੇ ਫੈਸਲਾ ਕਰਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਸੰਕੇਤ ਇਹੋ ਕਰਦੀਆਂ ਕਿ ਅੰਦਰ ਖਾਤੇ ਆ ਜਿਹੜਾ ਉਹ ਸਾਰਾ ਮਾਮਲਾ ਜਿਹੜਾ ਸੈੱਟ ਹੋ ਚੁੱਕਾ। ਜੀ 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 ਅਗਲੀ ਜਿਹੜੀ ਗੱਲ ਕਰੀਏ, ਅਰਬਾਜ਼ ਖਾਨ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ। ਦੇਖੋ ਅਰਬਾਜ਼ ਖਾਨ ਦਾ ਮਾਮਲਾ ਜਿਹੜਾ ਉਹ ਬਿਲਕੁਲ ਹੁਣ ਸਿੱਧਾ ਸਪਾਟ ਹੋ ਗਿਆ। ਹਾਲਾਂਕਿ ਵਿੱਚ ਜਲੇਬੀ ਵਾਂਗੂ ਵਿੰਗ ਵਲਾਵੇਂ ਤੇ ਬੜੇ ਆ ਕਿਉਂਕਿ ਇਹਨੂੰ ਜ਼ਮਨਿੰਗ ਹੋਈ ਸੀਗੀ। ਅੱਜ ਉੱਥੇ ਗਿਆ, ਤਲਬ ਕੀਤੇ ਜਾਣ ਤੋਂ ਬਾਅਦ ਜਦੋਂ ਇਹ ਬਾਹਰ ਆਇਆ ਪੁੱਛਗਿੱਛ ਤੋਂ ਬਾਅਦ, ਤਾਂ ਇਹਨੇ ਸਾਰਾ ਕੁਛ ਜਿਹੜਾ ਉਹ ਸਾਫ਼ ਕੀਤਾ ਕਿ ਮੈਂ ਪੁਲਿਸ ਦੇ ਨਾਲ ਸਹਿਯੋਗ ਕਰਦਾ ਪਿਆ। ਤਾਂ ਪੁਲਿਸ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆਈਆਂ ਨੇ ਉਹ ਇਹੋ ਹੀ ਆ ਕਿ ਇਹ ਮੰਨ ਗਿਆ ਕਿ ਹਾਂ ਵੀ ਮੈਂ ਸੱਟੇਬਾਜ਼ੀ ਕਰਦਾ ਸਾਂ ਤੇ ਇੰਨੇ ਅਰਸੇ ਤੋਂ ਕਰਦਾ ਪਿਆ ਸਾਂ, 4-5 ਸਾਲਾਂ ਤੋਂ ਕਰਦਾ ਪਿਆ ਸਾਂ ਤੇ 3.25 ਕਰੋੜ ਰੁਪਈਆ ਮੈਂ ਹਾਰਿਆ। ਇਸ ਤੋਂ ਬਾਅਦ ਇੱਕ ਨਵੀਂ ਖਬਰ ਸੁਣਨ ਨੂੰ ਆਈ ਕਿ ਪੁਲਿਸ ਨੇ ਕਿਹਾ ਜੀ ਕਿ ਇਹ ਗਵਾਹ ਬਣਨ ਨੂੰ ਤਿਆਰ ਹੈ ਇਸ ਮਾਮਲੇ ਦੇ ਵਿੱਚ। ਹੋਇਆ ਕੀ ਆ ਕਿ ਕੁਛ ਦਿਨ ਪਹਿਲਾਂ ਇੱਕ ਸੋਨੂ ਜਲਾਨ ਨਾਂ ਦਾ ਬਹੁਤ ਵੱਡਾ ਬੁੱਕੀ ਫੜਿਆ ਗਿਆ।
ਉਹਦੇ ਤੇ ਦੋਸ਼ ਆ ਕਿ ਉਹਨੇ ਅਰਬਾਜ਼ ਨੂੰ ਧਮਕੀ ਦਿੱਤੀ ਆ, ਕਿਉਂਕਿ ਇਹ ਜਿਹੜਾ ਪੈਸਾ ਹਾਰਿਆ ਸੀ ਪੌਣੇ 3 ਕਰੋੜ ਰੁਪਈਆ, ਇਹ ਸੋਨੂੰ ਜਲਾਨ ਦਾ ਦੇ ਨਹੀਂ ਸੀ ਰਿਹਾ, ਜਦਕਿ ਇਹ ਮੰਨਦਾ ਕਿ ਸੋਨੂੰ ਜਲਾਨ ਦਾ ਮੈਂ ਪੈਸਾ ਦੇਣਾ ਸੀਗਾ ਔਰ ਮੈਂ ਪਿਛਲੇ 5 ਸਾਲ ਤੋਂ ਇਹ ਸ਼ਰਤਬਾਜ਼ੀ ਕਰਦਾ ਪਿਆ ਸੀਗਾ। ਹੁਣ ਲੋਕ ਇਹ ਕਹਿੰਦੇ ਆ ਕਿ ਜਿਹੜਾ ਇਹਦਾ ਡਾਈਵੋਰਸ ਹੋਇਆ 1.5-2 ਸਾਲ ਪਹਿਲਾਂ, ਲੋਕ ਇਹ ਕਹਿੰਦੇ ਪਏ ਆ ਕਿ ਤਲਾਕ ਤੱਕ ਮਾਮਲਾ ਜਿਹੜਾ ਪਹੁੰਚਿਆ ਉਹ ਵੀ ਸ਼ਾਇਦ ਇਸ ਆਦਤ ਕਰਕੇ ਪਹੁੰਚਿਆ, ਕਿਉਂਕਿ ਅਰਬਾਜ਼ ਖਾਨ ਕਾਫੀ ਨੁਕਸਾਨ ਆਪਣਾ ਇਸ ਸੱਟੇਬਾਜ਼ੀ ਦੇ ਚੱਲਦਿਆਂ ਕਰ ਚੁੱਕਾ ਸੀਗਾ। ਹੁਣ ਦੂਜੀ ਚੀਜ਼ ਜਿਹੜੀ ਨਿਕਲ ਕੇ ਆਉਂਦੀ ਪਈ ਆ, ਹਾਲਾਂਕਿ ਉਹ ਪ੍ਰਤੱਖ ਰੂਪ ਦੇ ਵਿੱਚ ਨਹੀਂ, ਅਪ੍ਰਤੱਖ ਰੂਪ ਦੇ ਵਿੱਚ ਤੇ ਇਹੋ ਜਾਪਦਾ, ਕਿਉਂਕਿ ਇਸ ਮਾਮਲੇ ਦੇ ਵਿੱਚ ਡੀ ਕੰਪਨੀ ਦਾ ਵੀ ਜ਼ਿਕਰ ਆਉਂਦਾ ਪਿਆ, ਡੀ ਮਤਲਬ ਡਾਊਜ਼ ਕੰਪਨੀ। ਤਾਂ ਜੋ ਲੱਗਦਾ ਪਿਆ, ਹਾਲਾਂਕਿ ਮੀਡੀਆ ਸਾਫ਼ ਨਹੀਂ ਕਰਦਾ ਪਿਆ, ਨਾ ਪੁਲਿਸ ਸਾਫ਼ ਕਰਦੀ ਪਈ, ਪਰ ਕਹਾਣੀ ਇਹ ਲੱਗਦੀ ਆ ਕਿ ਸੋਨੂੰ ਜਲਾਨ ਸੀਗਾ ਜਿਹੜਾ ਉਹ ਸੱਟੇਬਾਜ਼ੀ ਦਾ ਕੰਮ ਡੀ ਕੰਪਨੀ ਦਾ ਇੱਥੇ ਸੰਭਾਲਦਾ ਸੀਗਾ, ਔਰ ਅਰਬਾਜ਼ ਖਾਨ ਨੇ ਜਿਹੜਾ ਪੈਸਾ ਦੇਣਾ ਸੀਗਾ, ਅਰਬਾਜ਼ ਖਾਨ ਪੈਸਾ ਮੁੱਕਰਦਾ ਸੀ ਕਿ ਅਸਲ ਦੇ ਵਿੱਚ ਜਿਹੜੀ ਉਹਨੂੰ ਧਮਕੀ ਦਿੱਤੀ ਗਈ ਆ, ਉਹ ਧਮਕੀ ਦਿੱਤੀ ਗਈ ਆ ਡੀ ਕੰਪਨੀ ਵੱਲੋਂ। ਤਾਂ ਜਦੋਂ ਇਹ ਧਮਕੀ ਆਈ ਆ, ਪੁਲਿਸ ਫਿਰ ਆਪ ਹੀ ਲੜ ਤੇ ਚਲੇ ਗਈ, ਸ਼ਾਇਦ ਅਰਬਾਜ਼ ਖਾਨ ਆਪ ਹੀ ਪੁਲਿਸ ਕੋਲ ਪਹੁੰਚ ਗਿਆ, ਔਰ ਜਿਹੜਾ ਫਿਰ ਇਹ ਸਾਰੇ ਦਾ ਸਾਰਾ ਇੱਕ ਪ੍ਰਪੰਚ ਰਚਿਆ ਗਿਆ ਕਿ ਇਹਨੂੰ ਸੰਮਨ ਕੀਤਾ ਗਿਆ, ਉਹਨੂੰ ਸੋਨੂੰ ਜਲਾਨ ਨੂੰ ਫੜਿਆ ਗਿਆ, ਔਰ ਉਸ ਤੋਂ ਬਾਅਦ ਇਹਨੂੰ ਗਵਾਹ ਬਣਾ ਲਿਆ ਗਿਆ। ਵਿੱਚੋਂ ਕਹਾਣੀ ਇਹ ਜਾਪਦੀ, ਹਾਲਾਂਕਿ ਇਹ ਕੋਈ ਓਫੀਸ਼ੀਅਲੀ ਕਹਾਣੀ ਨਹੀਂ, ਪਰ ਜਿਸ ਤਰ੍ਹਾਂ ਦਾ ਇਹ ਡਰਾਮਾ ਚੱਲਿਆ ਉਹ ਤੋਂ ਇਹੋ ਹੀ ਸਾਫ਼ ਜ਼ਾਹਰ ਹੁੰਦਾ ਕਿ ਅਰਬਾਜ਼ ਖਾਨ ਦਾ ਜਿਹੜਾ ਮਾਮਲਾ ਸੀ ਉਹ ਇਸ ਕਰਕੇ ਪੇਚੀਦਾ ਹੋਇਆ ਕਿਉਂਕਿ ਇਹਦੇ ਵਿੱਚ ਡੀ ਕੰਪਨੀ ਜਿਹੜੀ ਆ ਉਹ ਇਨਵੋਲਵ ਹੋ ਗਈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੰਗਰਾਂ ਨੂੰ ਧਮਕੀਆਂ ਦੀਆਂ ਜਿਹੜੀਆਂ ਉਹ ਜਾਰੀ ਨੇ, ਕਹਿੰਦੇ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ। ਉਧਰ ਵੀ ਡੀ ਕੰਪਨੀ ਹੈ ਤੇ ਇੱਧਰ ਵੀ ਮੈਨੂੰ ਲੱਗਦਾ ਕਿਹਾ ਜਾ ਸਕਦਾ ਕਿ ਡੀ ਕੰਪਨੀ ਹੈ, ਕਿਉਂਕਿ ਇੱਥੇ ਵੀ ਉਹ ਮੁੰਡੇ ਦਾ ਨਾਮ ਦਿਲਪ੍ਰੀਤ ਸਿੰਘ ਆ ਤੇ ਇਹ ਵੀ ਡੀ ਤੋਂ ਹੀ ਸ਼ੁਰੂ ਹੁੰਦਾ ਜੀ। ਫਿਰ ਦੇਖੋ ਮਾਮਲਾ ਜਿਹੜਾ ਉਹ ਅੱਜ ਦੁਪਹਿਰੇ ਸਾਹਮਣੇ ਆਇਆ ਤੇ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਗਿੱਪੀ ਗਰੇਵਾਲ ਨੂੰ ਧਮਕੀ ਦਿੱਤੀ ਗਈ ਆ। ਗਿੱਪੀ ਦੀ ਫਿਲਮ ਰਿਲੀਜ਼ ਹੋਈ ਆ ਕੱਲ ਪਰਸੋਂ ਮੇਰੇ ਖਿਆਲ ਦੇ ਨਾਲ, ਕੈਰੀ ਔਨ ਜੱਟਾ ਪਾਰਟ 2। ਤਾਂ ਇਹਦੇ ਵਿੱਚ ਹੁਣ ਇਹਨੇ ਦੱਸਦੇ ਆ ਕਿ ਪੁਲਿਸ ਸ਼ਿਕਾਇਤ ਦਰਜ ਕਰਾਈ ਆ, ਔਰ ਸ਼ਿਕਾਇਤ ਦੇ ਵਿੱਚ ਜੋ ਦੱਸਿਆ ਗਿਆ ਉਹ ਇਹ ਆ ਕਿ ਇਹਨੂੰ WhatsApp ਕਾਲ ਤੋਂ ਧਮਕੀ ਦਿੱਤੀ ਗਈ ਆ ਤੇ ਧਮਕੀ ਦੇਣ ਵਾਲੇ ਨੇ ਆਪਣਾ ਜਿਹੜਾ ਜ਼ਿਕਰ ਕੀਤਾ, ਆਪਣਾ ਜਿਹੜਾ ਉਹਨੂੰ ਨਾਂ ਦੱਸਿਆ, ਉਹ ਦੱਸਿਆ ਕਿ ਮੈਂ ਦਿਲਪ੍ਰੀਤ ਬੋਲਦਾ ਤੇ ਫਰੌਤੀ ਦੇ। ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਵੇਖੋ ਇਹ ਪਹਿਲੀ ਗੱਲ ਤੇ ਇਹ ਹੈ ਕਿ ਪੁਲਿਸ ਦਾ ਕਿੱਡਾ ਨਕੰਮਾ ਬਣਿਆ। ਪਹਿਲਾਂ ਉਹ ਗਾਇਕ ਮੁੰਡੇ ਨੂੰ ਗੋਲੀ ਮਾਰੀ ਉਹਨੇ ਮੁੰਡੇ ਨੇ, ਅੱਜ ਤੱਕ ਉਹਦਾ ਅਤਾ ਪਤਾ ਨਹੀਂ ਲੱਗਿਆ। ਇਨ ਬਿਟਵੀਨ ਉਹਨੇ ਨੰਗਲ ਦੇ ਇੱਕ ਵਪਾਰੀ ਤੋਂ ਫੇਰ ਫਰੌਤੀ ਮੰਗੀ ਆ ਕਿ 30 ਲੱਖ ਰੁਪਇਆ ਦੇ ਦੇ, ਨਹੀਂ ਤੇ ਮੈਂ ਤੇਰਾ ਘਰ ਬਾਹਰ ਰਿਹਾ ਜਿਹੜਾ ਚੱਕ ਦੋ। ਹੁਣ ਵੇਖ ਲਓ ਇਨ ਬਿਟਵੀਨ ਉਹ ਬੰਦਾ ਫੇਰ ਫਰੌਤੀ ਮੰਗਦਾ ਸਿੱਧੇ ਰੂਪ ਦੇ ਵਿੱਚ, ਪਰ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਆ। ਤਾਂ ਫਿਰ ਤੀਜੀ ਜਿਹੜੀ ਆ ਉਹ ਫੇਰ ਫਰੌਤੀ ਉਹਦੇ ਨਾਮ ਤੇ ਲੱਗਦੀ ਪਈ ਆ ਕਿ ਉਹਨੇ ਕਾਲ ਕਰਕੇ ਮੰਗੀ ਆ। ਪੁਲਿਸ ਹਾਲੇ ਤੱਕ ਉਹਨੂੰ ਟਰੇਸ ਨਹੀਂ ਕਰ ਪਾ ਰਹੀ ਕਿ ਕਿੱਥੋਂ ਕਾਲ ਕਰਦਾ, ਕੀ ਹਿਸਾਬ ਕਿਤਾਬ ਆ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਥੋੜੇ ਦਿਨ ਪਹਿਲਾਂ ਇੱਕ ਰਾਏ ਜੁਝਾਰ ਮੁੰਡਾ ਜਿਹੜਾ ਗਾਉਂਦਾ, ਉਹਨੂੰ ਵੀ ਧਮਕੀ ਮਿਲੀ ਆ। ਇਸ ਤੋਂ ਇਲਾਵਾ ਬਲਕਾਰ ਸਿੱਧੂ ਤੋਂ ਵੀ 80,000 ਰੁਪਇਆ ਲੈ ਗਏ। ਵੈਸੇ ਉਹਦਾ ਤੇ ਮਾਮਲਾ ਕੁਛ ਥੋੜਾ ਜਿਹਾ ਹੋਰ ਸੀਗਾ, ਵੱਖਰੀ ਕਿਸਮ ਦਾ ਸੀਗਾ, ਕਿਉਂਕਿ ਉਹਦੀ ID ਹੈਕ ਕੀਤੀ ਗਈ। ਉਸ ਤੋਂ ਬਾਅਦ ਧਮਕੀ ਦਿੱਤੀ ਗਈ ਕਿ ਤੇਰੀ ID ਤੋਂ ਇਹੋ ਜਿਹੇ ਚਿੱਤਰ ਪਾਵਾਂਗੇ ਕਿ ਮੁੜ ਕੇ ਤੇਰੇ ਕਿਰਦਾਰ ਦਾ ਚਿੱਤਰ ਹੀ ਹੈ ਜਿਹੜਾ ਉਹ ਦਾਗਦਾਰ ਹੋ ਜਾਊਗਾ। ਸੋ ਉਹਨੇ 80,000 ਰੁਪਇਆ ਦੇ ਦਿੱਤਾ, ਪਰ ਸ਼ਿਕਾਇਤ ਉੱਥੋਂ ਤੱਕ ਵੀ ਪਹੁੰਚ ਗਈ, ਪੁਲਿਸ ਤੱਕ ਵੀ ਪਹੁੰਚ ਗਈ ਕਿ ਇਹ ਸਾਡੇ ਨਾਲ ਇਸ ਤਰ੍ਹਾਂ ਦੀ ਠੱਗੀ ਹੋ ਗਈ ਆ। ਤਾਂ ਇਹ ਜਿਹੜੀ ਹੁਣ ਧਮਕੀ ਗਿੱਪੀ ਗਰੇਵਾਲ ਨੂੰ ਮਿਲੀ ਹੈ, ਵਾਕਈ ਚਿੰਤਾ ਦਾ ਸਬਬ ਹੈ ਕਿ ਕੀ ਚੱਲਦਾ ਪਿਆ। ਤਾਂ ਇਹਦੇ ਵਿੱਚ ਹੁਣ ਦੇਖੋ ਸਭ ਤੋਂ ਜ਼ਰੂਰੀ ਗੱਲ ਤੇ ਇਹ ਆ ਕਿ ਅੱਗੇ ਇੱਕ ਵਾਰੀ ਇਹ ਹੋਇਆ ਕਿ ਹਾਈ ਕੋਰਟ ਦੇ ਵਿੱਚ ਕਿਸੇ ਨੇ ਟੈਲੀਫੋਨ ਕਰਕੇ ਕਹਿ ਦਿੱਤਾ ਕਿ ਮੈਂ ਦਿਲਪ੍ਰੀਤ ਬਾਬਾ ਬੋਲਦਾ, ਮੈਂ ਇੰਨੇ ਬੰਦੇ ਮਾਰੂੰਗਾ ਆ ਕੇ। ਤਾਂ ਉੱਥੇ ਪੁਲਿਸ ਨੇ ਪੋਸਟਰ ਲਾ ਦਿੱਤੇ, ਬੁਰਾ ਹਾਲ ਬੌਂਕੇ ਦਿਹਾੜੇ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਕ ਆਟੋ ਚਾਲਕ ਦੇ ਟੈਲੀਫੋਨ ਤੋਂ ਟੈਲੀਫੋਨ ਗਿਆ ਸੀਗਾ। ਅਸਲ ਦੇ ਵਿੱਚ ਇੱਕ ਆਟੋ ਦੇ ਵਿੱਚ ਸਵਾਰ ਹੋਈ ਸਵਾਰੀ ਨੇ ਉਹਦੇ ਤੋਂ ਟੈਲੀਫੋਨ ਲੈ ਲਿਆ ਕਿ ਮੈਂ ਘਰੇ ਟੈਲੀਫੋਨ ਕਰਨਾ ਯਾਰ, ਤੇ ਉਸੇ ਦੇ ਟੈਲੀਫੋਨ ਤੋਂ ਚੱਕ ਕੇ ਉਹਨੇ ਹਾਈ ਕੋਰਟ ਦੇ ਵਿੱਚ ਟੈਲੀਫੋਨ ਕਰ ਦਿੱਤਾ। ਮਾਮਲਾ ਇਹ ਨਿਕਲਿਆ, ਹਾਲੇ ਤੱਕ ਉਹ ਬੰਦਾ ਨਹੀਂ ਲੱਭਿਆ। ਤਾਂ ਜਿਹੜੀ ਇਹ WhatsApp ਕਾਲ ਆਈ ਆ, ਪਹਿਲਾਂ ਤਾਂ ਇਹ ਖੰਗਾਲਣੀ ਚਾਹੀਦੀ ਆ ਕਿ ਕੀ ਵਾਕਿਆ ਹੀ ਉਸ ਬੰਦੇ ਨੇ ਕਾਲ ਕੀਤੀ ਆ ਜਾਂ ਕੋਈ ਵਗਦੀ ਗੰਗਾ ਦੇ ਵਿੱਚ ਹੋਰ ਹੱਥ ਧੋਣੇ ਚਾਹੁੰਦਾ, ਕਿਉਂਕਿ ਡਰੇ ਤਾਂ ਪਏ ਆ ਗਾਇਕ ਜਿਸ ਤਰ੍ਹਾਂ ਧਮਕੀਆਂ ਆਉਂਦੀਆਂ ਪਈਆਂ। ਸੋ ਪਹਿਲੀ ਗੱਲ ਤੇ ਇਹ ਚੀਜ਼ ਜ਼ਰੂਰ ਟਰੇਸ ਹੋਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਉਹ ਕਾਲ ਕਿਹਦੀ ਆ। ਤੇ ਦੂਜੀ ਚੀਜ਼
ਜਿਹੜੀ ਇੱਥੇ ਹੋਣੀ ਚਾਹੀਦੀ ਆ ਉਹ ਇਹ ਆ ਕਿ ਜਲਦੀ ਤੋਂ ਜਲਦੀ ਇਹ ਧਮਕੀ ਪੱਤਰ ਜਿਹੜੇ ਮਿਲਦੇ ਪਏ ਆ ਇਹ ਬੰਦ ਹੋਣੇ ਚਾਹੀਦੇ ਆ। ਕਿਉਂਕਿ ਦੇਖੋ ਇਸ ਸਮੇਂ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਜਾਂ ਮਿਊਜ਼ਿਕ ਇੰਡਸਟਰੀ ਆ ਉਹ ਪੂਰਾ ਬੂਮ ਕਰਦੀ ਪਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਜਿਵੇਂ ਚੰਡੀਗੜ੍ਹ ਮੋਹਾਲੀ ਆ, ਬਹੁਤੇ ਆਰਟਿਸਟ ਸਿੰਗਰ ਹੈ ਜਿਹੜੇ ਕਲਾਕਾਰ ਆ ਉਹ ਉੱਥੇ ਰਹਿੰਦੇ ਆ। ਤੇ ਜੇ ਇਹ ਇਸ ਤਰ੍ਹਾਂ ਦਾ ਕੰਮ ਚੱਲ ਗਿਆ, ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ, ਉਸ ਸ਼ਿਕਾਇਤ ਤੇ ਫੌਰੀ ਤੌਰ ਤੇ ਕਾਰਵਾਈ ਨਹੀਂ ਹੋਈ, ਤਾਂ ਫਿਰ ਰਾਜ ਕਰਨਵੀਰ ਸਿੰਘ ਜੀ ਉਹ ਥੱਕ ਹਾਰ ਕੇ ਜਦੋਂ ਉਹਨੂੰ ਲਗਾਤਾਰ ਧਮਕੀਆਂ ਮਿਲਣਗੀਆਂ ਫਿਰ ਉਹ ਇਹੋ ਹੀ ਕਹੂਗਾ ਕਿ ਇਹਨਾਂ ਦਾ ਮੱਥਾ ਡੰਮ ਕਿਤੇ ਪਾਸੇ ਹੋਈਏ, ਪੁਲਿਸ ਤੇ ਕੁਛ ਕਰਦੀ ਨਹੀਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਮੰਤਰੀ ਚੰਨੀ ਦਾ ਕੰਮ ਹੋਇਆ ਕਸੂਤਾ। ਦੇਖੋ ਚੰਨੀ ਦਾ ਕੰਮ ਇਸ ਕਰਕੇ ਕਸੂਤਾ ਹੋਇਆ ਕਿਉਂਕਿ ਚੰਨ ਚਾੜ੍ਹਨ ਨੂੰ ਇਹ ਹਟਦਾ ਨੀ ਗਾ ਜੀ। ਜਿਸ ਦਿਨ ਸ਼ਾਹਕੋਟ ਦੀ ਚੋਣ ਹੋਣੀ ਸੀਗੀ, ਇਲੈਕਸ਼ਨ ਹੋਣਾ ਸੀਗਾ, ਉਸ ਦਿਨ ਇਹਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਿੱਤੋਂ ਇਹ ਸੰਦੇਸ਼ ਗਿਆ, ਇਹ ਸੁਣਿਆ ਗਿਆ ਲੋਕਾਂ ਦੇ ਵਿੱਚ ਕਿ ਕਾਂਗਰਸ ਜਿਹੜੀ ਆ ਦਲਿਤਾਂ ਦੇ ਵਿਰੋਧੀ ਪਾਰਟੀ ਆ ਜੀ। ਤਾਂ ਇਸ ਬਿਆਨ ਤੇ ਧਰਮਸੋਤ ਜਿਹੜਾ ਮੰਤਰੀ ਆ ਉਹਨੇ ਬੜਾ ਤਿੱਖਾ ਪ੍ਰਤੀਕਰਮ ਦਿੱਤਾ ਸੀਗਾ, ਬੜਾ ਗੁੱਸਾ ਕੱਢਿਆ ਸੀਗਾ ਉਹਨੇ ਕਿ ਇਸ ਬੰਦੇ ਨੂੰ ਮਾੜੀ ਮੋਟੀ ਅਕਲ ਕਰਨੀ ਚਾਹੀਦੀ ਹੈ। ਚੋਣਾਂ ਵਾਲੇ ਦਿਨ ਇਸ ਤਰ੍ਹਾਂ ਦਾ ਬਿਆਨ, ਜੇ ਕੋਈ ਇਹਨੂੰ ਗਿਲਾ ਸ਼ਿਕਵਾ, ਜੇ ਕੋਈ ਇਹਨੂੰ ਸਾਡੇ ਨਾਲ ਕੋਈ ਰੰਜਗਾਮ ਹੋਇਆ ਤਾਂ ਇਹ ਜਾ ਕੇ ਪਾਰਟੀ ਫੋਰਮ ਤੇ ਗੱਲ ਰੱਖੇ, ਇਹ ਕੀ ਮਾਮਲਾ ਹੋਇਆ। ਫਿਰ ਹੋਇਆ ਕਿ ਅਗਲੇ ਦਿਨ ਸੀਗੀ ਕੈਬਨਿਟ ਦੀ ਬੈਠਕ। ਹੁਣ ਜਿਹੜੀਆਂ ਚੀਜ਼ਾਂ ਕੈਬਨਿਟ ਦੀ ਬੈਠਕ ਚੋਂ ਬਾਹਰ ਨਿਕਲੀਆਂ ਉਹ ਦੋ ਵੱਡੀਆਂ ਚੀਜ਼ਾਂ ਨੇ। ਇੱਕ ਤੇ ਇਹ ਆ ਦੱਸਦੇ ਆ ਕਿ ਮਜੀਠੀਏ ਦੇ ਵਿਰੋਧ ਦੇ ਵਿੱਚ ਕਾਫੀ ਮੰਤਰੀ ਸੰਤਰੀ ਬੋਲੇ, ਇਹਨਾਂ ਦੇ ਮਾਮਲਾ ਇਹ ਆ, ਉਹ ਕਹਿੰਦੇ ਆ ਕਿ ਮਜੀਠੀਆ ਸਾਹਿਬ ਤੇ ਹਾਲੇ ਵੀ ਮੰਤਰੀ ਵਾਲੀ ਫੀਲਿੰਗ ਲਈ ਜਾਂਦੇ ਆ ਕਿਉਂਕਿ ਉਹ ਜਿੱਥੇ ਵੀ ਜਾਂਦੇ ਆ VIP ਰੂਟ ਲੱਗਦਾ, ਜਦ ਕਿ ਜੇ ਅਸੀਂ ਕਿਤੇ ਜਾਂਦੇ ਆ VIP ਰੂਟ ਛੱਡੋ IP ਰੂਟ ਵੀ ਨਹੀਂ ਲਾਉਂਦੇ ਸਾਡੇ ਤਾਂ ਪੁਲਿਸ ਵਾਲੇ। ਇਹਦਾ ਮਤਲਬ ਇਹ ਆ ਕਿ ਵਿਕਰਮ ਮਜੀਠੀਏ ਦੀ ਹਾਲੇ ਵੀ ਚੜਾਈ ਆ। ਇੱਥੇ ਬਹੁਤ ਜ਼ਿਆਦਾ ਕਹਿੰਦੇ ਆ ਕਿ ਤਲਖ ਕਲਾਮੀ ਵੀ ਹੋਈ ਆ। ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਮੰਤਰੀਆਂ ਨੇ ਖਿੱਚ ਕੇ ਗੱਲ ਕਹੀ ਆ ਕਿ ਵਿਕਰਮ ਮਜੀਠੀਆ ਕੰਟਰੋਲ 'ਚ ਕਿਉਂ ਨਹੀਂ ਆਉਂਦਾ ਪਿਆ। Z+ ਸੁਰੱਖਿਆ ਉਹਦੇ ਕੋਲ, ਉਹਨੂੰ ਰੂਟ ਲਾਇਆ ਜਾਂਦਾ ਮੰਤਰੀਆਂ ਵਾਲਾ, ਜਦ ਕਿ ਮੰਤਰੀ ਤੇ ਹੈ ਨੀਗਾ। ਦੂਸਰੀ ਜਿਹੜੀ ਸਭ ਤੋਂ ਭਖਵੀਂ ਚਰਚਾ ਹੋਈ ਉਹ ਇਹ ਸੀਗੀ ਕਿ ਚੰਨੀ ਹਟਦਾ ਕਿਉਂ ਨੀਗਾ। ਇੱਕ ਤੇ ਇਹਨੂੰ ਮੰਤਰੀ ਪਦ ਦਿੱਤਾ ਹੋਇਆ, ਦੂਜੇ ਪਾਸੇ ਹਾਲੇ ਵੀ ਚੋਬਾ ਲਾਉਣੋਂ ਨਹੀਂ ਹਟਦਾ। ਅਸਲ ਦੇ ਵਿੱਚ ਕਹਾਣੀ ਕੀ ਸੀਗੀ ਕਿ ਜਿਹੜਾ ਚੰਨੀ ਆ ਉਹ ਇਹ ਕਹਿੰਦਾ ਕਿ ਜਿਹੜੇ ਲਾਅ ਅਫਸਰ ਪਿੱਛੇ ਜੇ ਨਿਯੁਕਤ ਕੀਤੇ, ਜਿਹਦੇ ਚ ਸਿੱਧੂ ਦੇ ਮੁੰਡੇ ਵਾਲਾ ਮਾਮਲਾ ਨਿਕਲ ਆਇਆ ਸੀ, ਤਾਂ ਉਹ ਕਹਿੰਦਾ ਕਿ ਲਾਅ ਅਫਸਰਾਂ ਦੀ ਜਿਹੜੀ ਨਿਯੁਕਤੀ ਹੋਈ ਆ ਉਹਦੇ ਚ ਇੱਕ ਵੀ ਦਲਿਤ ਨਹੀਂ ਹੈ। ਤੇ ਮੈਂ ਜਿਹੜੇ ਨਾਂ ਭੇਜੇ ਸੀ 2 ਦਲਿਤਾਂ ਦੇ ਉਹ ਵੀ ਇਹਨਾਂ ਨੇ ਕੱਟ ਦਿੱਤੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਦੇ ਆ ਕਿ ਚਲਦੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਕਿ ਚੰਨੀ ਝੂਠ ਬੋਲਦਾ, ਇਹਨੇ ਜਿਹੜੇ 2 ਨਾਂ ਭੇਜੇ ਸੀ ਉਹ ਜੱਟ ਸਿੱਖਾਂ ਦੇ ਸੀਗੇ। ਮਤਲਬ ਕਿ ਚੰਨੀ ਦਾ ਪਰਦਾ ਉੱਥੇ ਫਾਸ਼ ਕਰ ਦਿੱਤਾ, ਹਾਲਾਂਕਿ ਚੰਨੀ ਉਸ ਮੀਟਿੰਗ ਦੇ ਵਿੱਚ ਹੈ ਨਹੀਂ ਸੀਗਾ। ਹੁਣ ਜਿਹੜੇ ਅੰਦਰੂਨੀ ਸੂਤਰ ਸੂਚਨਾਵਾਂ ਕੱਢ ਕੇ ਲਿਆਉਂਦੇ ਆ ਜਾਂ ਸੂਚਨਾਵਾਂ ਉਹਨਾਂ ਤੱਕ ਪਹੁੰਚ ਜਾਂਦੀਆਂ, ਉਹ ਦੱਸਦੇ ਆ ਕਿ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਚੰਨੀ ਦੀ ਆਕਾਂਖਸ਼ਾ ਜਿਹੜੀ ਉਹ ਕੁਛ ਹੋਰ ਪਾਉਣ ਦੀ ਆ। ਮਤਲਬ ਕਿ ਜਿਹੜਾ ਉਹ ਤਕਨੀਕੀ ਸਿੱਖਿਆ ਮੰਤਰੀ ਬਣਾਇਆ ਉਹ ਚਾਹੁੰਦਾ ਹੈ ਕਿ ਇਹਦੇ ਤੋਂ ਥੋੜੀ ਜਿਹੀ ਮੈਨੂੰ ਤਰੱਕੀ ਮਿਲੇ। ਥੋੜੀ ਜਿਹੀ ਨਹੀਂ, ਕੁਛ ਲੋਕ ਤੇ ਕਹਿੰਦੇ ਆ ਕਿ ਉਹ ਵਾਹਵਾ ਤਰੱਕੀ ਚਾਹੁੰਦਾ। ਉਹ ਚਾਹੁੰਦਾ ਕਿ ਇੱਕ ਡਿਪਟੀ CM ਦੀ ਕੁਰਸੀ ਹੈ ਜਿਹੜੀ ਉਹ ਨਾਲ ਲਾਈ ਜਾਵੇ ਕੈਪਟਨ ਅਮਰਿੰਦਰ ਸਿੰਘ ਦੇ, ਤੇ ਉਹਦੇ ਤੇ ਮੈਨੂੰ ਬਿਠਾਇਆ ਜਾਵੇ। ਪਰ ਕੁਛ ਲੋਕ ਹੈ ਜਿਹੜੇ ਹੁਣ ਉਹ ਵਿਰੋਧ ਦੇ ਵਿੱਚ ਉਤਰ ਆਏ ਆ ਕਿ ਚੰਨੀ ਨਾ ਸਿਰਫ ਖੁਦ ਮੰਤਰੀ ਆ, ਇਹਦਾ ਭਰਾ ਇੱਕ ਮਹਿਕਮੇ ਦੇ ਵਿੱਚੋਂ ਰਿਟਾਇਰਡ ਅਫਸਰ ਆ ਤੇ ਉਹਨੂੰ ਵੀ ਨਾਲ ਫਿੱਟ ਕੀਤਾ ਹੋਇਆ ਸਰਕਾਰ ਨੇ, ਕਿ ਹਾਲੇ ਚੰਨੀ ਨੂੰ ਕੀ ਚਾਹੀਦਾ। ਦੂਜੀ ਚੀਜ਼ ਇਹਦੇ ਵਿਰੋਧ ਦੇ ਵਿੱਚ ਇਹ ਜਾਂਦੀ ਆ ਕਿ ਇਹ ਕਹਿੰਦਾ ਕਿ ਆ ਜਿਹੜੇ ਬੰਦੇ ਆ ਜੀ ਕੁਛ ਇਹ ਥੋੜਾ ਸਮਾਂ ਪਹਿਲਾਂ ਪਾਰਟੀ 'ਚ ਆਏ ਆ ਤੇ ਇਹ ਮੰਤਰੀ ਪਦ ਲਈ ਬੈਠੇ ਆ। ਤਾਂ ਹੁਣ ਇਹਦੇ ਵਿਰੋਧ ਦੇ ਵਿੱਚ ਕੁਛ ਲੋਕ ਇਹ ਗੱਲ ਕਹਿੰਦੇ ਆ ਕਿ 2012 ਤੱਕ ਤੂੰ ਵੀ ਕਾਂਗਰਸ ਦਾ ਹਿੱਸਾ ਨਹੀਂ ਸੀ, ਤੂੰ ਆਜ਼ਾਦ ਸੀਗਾ, ਤਾਂ ਤੈਨੂੰ ਆਜ਼ਾਦ ਨੂੰ ਇਸ ਪਾਰਟੀ ਨੇ ਥਾਂ ਦਿੱਤੀ ਆ, ਤਾਂ ਤੈਨੂੰ ਵੀ ਦੂਸਰਿਆਂ ਨੂੰ ਥਾਂ ਦੇਣੀ ਪਊਗੀ। ਸੋ ਆਹ ਮਾਮਲਾ ਕੁੱਲ ਮਿਲਾ ਕੇ ਚੰਨੀ ਹੈ ਜਿਹੜਾ ਉਹ ਇਸ ਸਮੇਂ ਇਕੱਲਾ ਪੈ ਗਿਆ, ਯਾਨੀ ਕਲਾਪੇ ਦਾ ਸ਼ਿਕਾਰ ਹੋ ਗਿਆ। ਉਹਦੇ ਵਿਰੋਧ ਦੇ ਵਿੱਚ ਕਾਫੀ ਮੰਤਰੀ ਆ ਜਿਹੜੇ ਉਹ ਉਲਟ ਭੁਗਤਦੇ ਪਏ ਆ ਕਿ ਚੰਨੀ ਹੈ ਜਿਹੜਾ ਉਹ ਪਾਰਟੀ ਦਾ ਨੁਕਸਾਨ ਕਰਦਾ ਪਿਆ। ਨਾਲੇ ਤੇ ਚੰਨੀ ਸਾਹਿਬ ਹੈ ਜਿਹੜੇ ਉਹ ਮੰਤਰੀ ਆ, ਦੂਸਰਾ ਇਹ ਆ ਕਿ ਨਾਲੇ ਉਹ ਗਾਏ ਬਗਾਏ ਬਿਆਨ ਦੇ ਕੇ ਪਾਰਟੀ ਦਾ ਨੁਕਸਾਨ ਕਰ ਜਾਂਦੇ ਆ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਆਪਾਂ ਜੇ ਖਬਰ ਦੇ ਉੱਤੇ ਨਜ਼ਰ ਮਾਰ ਜਾਈਏ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੇ ਅਦਾਲਤ ਵਿੱਚ ਜਵਾਬ ਦਾਖਲ ਕੀਤਾ। ਦੇਖੋ ਜਵਾਬ ਦਾਖਲ ਹੀ ਨਹੀਂ ਕੀਤਾ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ
ਆਪਾਂ ਕਹਿੰਦੇ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਕਿ ਫਲਾਣੇ ਨੇ ਚਿੱਟਾ ਜਵਾਬ ਦੇ ਦਿੱਤਾ। ਇੱਕ ਤਾਂ ਹੁੰਦਾ ਚਿੱਟਾ ਜਵਾਬ, ਇੱਕ ਦੂਜਾ ਹੁੰਦਾ ਕੱਟੇ ਨੂੰ ਗੱਡੇ ਦੇ ਨਾਲ ਬੰਨ ਦਿੰਦੇ ਆ। ਉਹ ਕਿਸੇ ਨੇ ਆ ਕੇ ਆਖਿਆ ਨਾ ਫਲਾਣਾ ਸਿਆ ਤੇਰਾ ਗੱਡਾ ਵਿਹਲਾ, ਉਹ ਕਹਿੰਦਾ ਨਹੀਂ ਗੱਡਾ ਨਹੀਂ ਵਿਹਲਾ, ਨਾਲ ਕੱਟਾ ਵੱਜਾ। ਇਹ ਜਵਾਬ ਕਈ ਤਰ੍ਹਾਂ ਦੇ ਹੁੰਦੇ ਆ। ਸੋ ਇਹਨਾਂ ਨੇ ਵੀ ਗੱਡ ਦੇ ਨਾਲ ਕੱਟਾ ਬੰਨ ਦਿੱਤਾ। ਉੱਥੇ ਹੋਇਆ ਕੀ ਆ ਕਿ ਦੇਖੋ, ਆਪਾਂ ਪਿਛਲੇ ਦਿਨੀ ਵੀ ਇਹ ਖਬਰ ਵਿਚਾਰੀ ਸੀਗੀ ਕਿ 3-4 ਮਾਸਟਰ ਹੈ ਬਿਲਾਸਪੁਰ ਇਲਾਕੇ ਦੇ, ਮੋਗੇ ਇਲਾਕੇ ਦੇ, ਜਿਨ੍ਹਾਂ ਨੇ ਹਾਈ ਕੋਰਟ 'ਚ ਅਪਰੋਚ ਕੀਤਾ ਕਿ ਦੇਖੋ ਜੀ ਇਹ ਜਿਹੜੀ ਬੈਲਟ ਪੇਪਰ ਤੇ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਇਹਨੂੰ ਬਦਲਿਆ ਜਾਵੇ, ਇਹਦਾ ਫਾਰਮੈਟ ਬਦਲਿਆ ਜਾਵੇ, EVM ਮਸ਼ੀਨਾਂ ਰਾਹੀਂ ਇਹ ਇਲੈਕਸ਼ਨ ਕਰਵਾਇਆ ਜਾਵੇ। ਤਾਂ ਹਾਈ ਕੋਰਟ ਨੇ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਆ ਉਹਦੇ ਤੋਂ ਜਵਾਬ ਤਲਬ ਕੀਤਾ ਸੀਗਾ ਕਿ ਤੁਸੀਂ ਆ ਕੇ ਇੱਥੇ ਕੀ ਕਹਿਣਾ ਚਾਹੁੰਦੇ ਹੋ। ਤਾਂ ਇਹਨਾਂ ਨੇ ਜਾ ਕੇ ਜਿਹੜੀ ਗੱਲ ਕਹੀ ਉਹ ਕਹਿੰਦੇ ਆ ਕਿ ਦੇਖੋ ਇਹ ਕੰਮ ਬੜਾ ਔਖਾ ਹੈ। ਵੈਸੇ ਇਹਨਾਂ ਨੇ ਇਹ ਨਹੀਂ ਕਿਹਾ ਜਾ ਕੇ ਕਿ ਅਸੰਭਵ ਹੈ, ਇਹ ਕਹਿੰਦੇ ਆ ਕਿ ਔਖਾ ਬਹੁਤ ਆ, ਕਿਉਂਕਿ ਉਹ ਕਹਿੰਦੇ ਕਿ ਪਿਛਲੇ ਦਿਨੀ ਜਿਹੜੀਆਂ ਨਿਗਮ ਦੀਆਂ ਚੋਣਾਂ ਹੋਈਆਂ ਸੀ ਪੰਜਾਬ ਦੇ ਵਿੱਚ, ਤਾਂ ਉਹਦੇ ਅੰਦਰ ਹੀ ਸਾਨੂੰ 12,000 EVM ਮਸ਼ੀਨਾਂ ਇਸਤੇਮਾਲ ਕਰਨੀਆਂ ਪਈਆਂ ਸਨ। ਤੇ ਜੇ ਅਸੀਂ ਸਮੁੱਚੀ ਪੰਚਾਇਤੀ ਚੋਣ ਪ੍ਰਣਾਲੀ ਰਾਹੀਂ ਅਸੀਂ EVM ਵਰਤੀਏ ਉਹਦੇ ਵਿੱਚ ਸਾਨੂੰ ਘੱਟੋ ਘੱਟ 1.25 ਲੱਖ EVM ਮਸ਼ੀਨ ਚਾਹੀਦੀ ਆ। ਤਾਂ ਇਹ ਇੱਕ ਬਹੁਤ ਵੱਡਾ ਟਾਸਕ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ EVM ਮਸ਼ੀਨਾਂ ਦੀ ਵਰਤੋਂ ਹੋਵੇ। ਯਾਨੀ ਜਵਾਬ ਨੇ ਜਿਵੇਂ ਤੁਹਾਨੂੰ ਕਿਹਾ ਕਿ ਕੱਟਾ ਗੱਡ ਦੇ ਨਾਲ ਬੰਨਣ ਵਾਲਾ, ਨਾ ਤੇ ਇਹ ਕਿਹਾ ਸਿੱਧੇ ਰੂਪ ਦੇ ਵਿੱਚ ਕਿ ਨਹੀਂ ਜੀ ਅਸੀਂ ਏਦਾਂ ਨਹੀਂ ਕਰਾਂਗੇ, ਤੇ ਨਾ ਇਹ ਕਿਹਾ ਕਿ ਅਸੀਂ ਸਿੱਧੇ ਰੂਪ ਦੇ ਵਿੱਚ ਕਰ ਦੇਵਾਂਗੇ। ਪਰ ਬਹਰਹਾਲ ਇਹ ਮਾਮਲਾ ਜਿਹੜਾ ਕੁਛ ਲੋਕ ਇਹ ਕਹਿੰਦੇ ਆ ਕਿ ਸੋਚਣ ਵਾਲਾ ਵਿਚਾਰਨ ਵਾਲਾ ਮਾਮਲਾ, ਇਸ ਕਰਕੇ ਸੋਚਣ ਵਾਲਾ ਵਿਚਾਰਨ ਵਾਲਾ ਕਿ ਇੱਕ ਤੇ ਆ ਕਿ ਬੈਲਟ ਪੇਪਰਾਂ ਦੀ ਜਿਹੜੀ ਗਿਣਤੀ ਆ ਉਹ ਬਹੁਤ ਲੰਮਾ ਸਮਾਂ ਲੈ ਜਾਂਦੀ ਆ। ਤਾਂ ਇਸ ਦੌਰਾਨ ਬਾਹਰ ਖੜੇ ਉਹ ਮੁੱਛਾਂ ਨੂੰ ਵੱਟ ਦੇ ਕੇ ਤੇ ਮੂੰਹ ਕਰਾਰਾ ਕਰਕੇ ਉਹ ਆਪਸ ਦੇ ਵਿੱਚ ਖੈਬੜੀ ਜਾਂਦੇ ਆ, ਆਪਸ ਦੇ ਵਿੱਚ ਖਾਈ ਜਾਂਦੇ ਆ। ਕਈ ਵਾਰੀ ਇਹ ਖੈਬੜ ਖਈਆ ਜਿਹੜਾ ਉਹ ਮੁੜ ਕੇ ਜੁੰਡੇ ਪਟਈਏ ਤੱਕ ਹੀ ਨਹੀਂ, ਕਈ ਵਾਰ ਤੇ ਠਾਠ ਪਈਏ ਤੱਕ ਵੀ ਚਲੇ ਜਾਂਦਾ। ਤਾਂ ਇੱਕ ਚੀਜ਼ ਇਹ ਆ ਕਿ EVM ਮਸ਼ੀਨਾਂ ਰਾਹੀਂ ਜੇ VOTING ਹੋਵੇ ਤਾਂ ਉਹ ਨਤੀਜਾ ਜਿਹੜਾ ਕੁਛ ਸਮੇਂ ਬਾਅਦ ਹੀ ਆ ਜਾਊਗਾ। ਮਤਲਬ ਕਿ ਇੱਕ ਤੇ ਸਮਾਂ ਬਚੂਗਾ, ਦੂਸਰਾ ਇਹ ਆ ਕਿ ਜਿਹੜੇ ਲੋਕ ਘੰਟਿਆਂ ਬੱਧੀ ਬਾਹਰ ਖੜੇ ਰਹਿੰਦੇ ਆ ਸਕੂਲ ਦੀ ਕੰਧ ਦੇ ਨਾਲ ਲੱਗ ਕੇ, ਤਾਂ ਉਹਨਾਂ ਦਾ ਜਿਹੜਾ ਲੜਾਈ ਝਗੜਾ ਉਹਦਾ ਇਮਕਾਨ ਵੀ ਘੱਟ ਜਾਊਗਾ ਤੇ ਖਰਚਾ ਵੀ ਹੈ ਜਿਹੜਾ ਉਹ ਵੀ ਘੱਟ ਆਊਗਾ। ਪਰ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਆ ਜਿਹੜਾ ਬੈਲਟ ਪੇਪਰ ਵਾਲਾ ਸਿਸਟਮ ਹੈ, ਕਈ ਵਾਰ ਇਹ ਹੁੰਦਾ ਕਿ ਪਿੰਡਾਂ ਦੇ ਵਿੱਚ ਵੋਟਰ ਹੈ ਜਿਹੜਾ ਉਹ ਜਦੋਂ ਠੱਪਾ ਲਾਉਂਦਾ ਤਾਂ ਦੋਵਾਂ ਚੋਣ ਨਿਸ਼ਾਨਾਂ ਦੇ ਵਿਚਾਲੇ ਲੱਗ ਜਾਂਦਾ, ਮੁੜ ਕੇ ਉਹ ਮਾਮਲਾ ਕਈ ਵਾਰ ਅਦਾਲਤਾਂ ਤੱਕ ਪਹੁੰਚ ਜਾਂਦਾ। ਤਾਂ ਇਹ ਵੀ ਪੰਗਾ ਜਿਹੜਾ ਨਿਬੜ ਜਾਊਗਾ। ਖੈਰ ਇਹ ਹੱਕ ਦੇ ਵਿੱਚ ਤਰਕ ਦਿੱਤੇ ਜਾ ਰਹੇ, ਹੱਕ ਦੇ ਵਿੱਚ ਦਲੀਲਾਂ ਦਿੱਤੀਆਂ ਜਾ ਰਹੀਆਂ, ਪਰ ਇਹ ਦਲੀਲਾਂ ਇਹ ਤਰਕ ਜਿਹੜੇ ਉਹ ਕਿੰਨੇ ਕਾਰਗਰ ਸਾਬਤ ਹੋਣਗੇ ਉਹ ਹੁਣ ਸੁਣਵਾਈ ਜਿਹੜੀ ਅਗਲੀ ਹੈ 6 ਜੁਲਾਈ ਦੀ, ਉਦੋਂ ਬਾਅਦ ਤੈਅ ਹੋਊਗਾ ਕਿ ਹਾਈ ਕੋਰਟ ਹੈ ਜਿਹੜਾ ਉਹ ਕੀ ਆਰਡਰ ਪਾਸ ਕਰਦਾ ਹੈ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਇੱਥੇ ਹੀ ਜਿਹੜੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੀ ਸਮਾਪਤੀ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸਨੇਹੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।